ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਸਤਿਗੁਰ ਪੂਰੇ ਭਾਣਾ, ਤਾਂ ਜਪਿਆ ਨਾਮ ਰਮਾਣਾ। ਗੋਬਿੰਦ ਕਿਰਪਾ ਧਾਰੀ, ਪ੍ਰਭ ਰਾਖੀ ਪੈਜ ਹਮਾਰੀ। ਸਤਿਗੁਰ ਪੂਰੇ ਭਾਣਾ, ਤਾਂ ਜਪਿਆ ਨਾਮ ਰਮਾਣਾ। ਗੋਬਿੰਦ ਕਿਰਪਾ ਧਾਰੀ, ਪ੍ਰਭ ਰਾਖੀ ਪੈਜ ਹਮਾਰੀ। ਹਰ ਕੇ ਚਰਨ ਸਦਾ ਸੁਖਦਾਈ, ਜੋ ਇਛੈ ਸੋਈ ਫਲ ਪਾਵਹਿ। ਬਿਰਥੀ ਆਸ ਨਾ ਜਾਈ, ਰਹਾਉ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ। ਸੋਈ ਸੰਤ ਗੁਣ ਗਾਵੈ, ਪ੍ਰੇਮ ਭਗਤ ਤਾਕਾ ਮਨ ਲੀਣਾ। ਪਾਰ ਬ੍ਰਹਮ ਮਨ ਭਾਵੈ, ਆਠ ਪਹਿਰ ਹਰ ਕਾ ਜਸ ਰਵਣਾ। ਬਿਖੈ ਠਗੌਰੀ ਲਾਥੀ, ਸੰਗ ਮਿਲਾਏ ਲਿਆ ਮੇਰੇ ਕਰਤੈ। ਸੰਤ ਸਾਧ ਭਏ ਸਾਥੀ, ਕਰ ਗਹਿ ਲੀਨੇ ਸਰਬਸ ਦੀਨੇ। ਆਪਹਿ ਆਪ ਮਿਲਾਇਆ, ਕਹੋ ਨਾਨਕ ਸਰਬ ਥੋਕ ਪੂਰਨ। ਪੂਰਾ ਸਤਿਗੁਰ ਪਾਇਆ, ਕਰ ਗਹਿ ਲੀਨੇ ਸਰਬਸ ਦੀਨੇ। ਆਪਹਿ ਆਪ ਮਿਲਾਇਆ, ਕਹੋ ਨਾਨਕ ਸਰਬ ਥੋਕ ਪੂਰਨ। ਪੂਰਾ ਸਤਿਗੁਰ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ, ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਜੀਓ, ਬਡਭਾਗੇ ਹੋ ਜੋ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਜੁਗੋ ਜੁਗ ਅਟਲ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ, ਗਰੀਬ ਨਵਾਜ, ਪ੍ਰਗਟ ਗੁਰਾਂ ਕੀ ਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਦਾ ਨਿੱਘ ਲੈ ਰਹੇ ਹੋ। ਰੁਝੇਵਿਆਂ ਦੇ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਜਿੱਥੇ ਇਸ ਸਥਾਨ 'ਤੇ ਬੈਠ ਕਰਕੇ ਸਤਿਗੁਰੂ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਪਵਿੱਤਰ ਪਾਵਨ ਮੁਖ ਵਾਕ ਦੀ ਵਿਚਾਰ ਸਰਵਣ ਕਰ ਰਹੇ ਹੋ। ਉੱਥੇ ਦੇਸ਼ ਵਿਦੇਸ਼ ਅੰਦਰ ਬੈਠ ਕੇ ਘਰਾਂ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਵਾਕ ਨਾਲ, ਮੁੱਖ ਵਾਕ ਦੀ ਵਿਚਾਰ ਨਾਲ ਜੁੜ ਰਹੇ ਹੋ। ਸਤਿਗੁਰੂ ਜੀ ਨੇ ਅੱਜ ਤਰੁੱਠ ਕੇ ਪਾਵਨ ਅੰਗ 628 ਉੱਪਰ
ਸੋਰਠ ਰਾਗਣੀ ਦੇ ਵਿੱਚ ਸਤਿਗੁਰੂ ਜੀ ਨੇ ਪਵਿੱਤਰ 4-4 ਤੁਕਾਂ ਵਾਲਾ ਸ਼ਬਦ ਉਚਾਰੇ ਹੈ। ਇਸ ਸ਼ਬਦ ਦੇ ਅੰਦਰ ਸਤਿਗੁਰੂ ਜੀ ਨੇ ਉਹ ਸੇਵਕ ਦਾ ਜ਼ਿਕਰ ਕੀਤਾ ਜਿਹੜਾ ਪ੍ਰਭੂ ਦੇ ਭਾਣੇ ਵਿੱਚ ਰਹਿੰਦਿਆਂ ਸਤਿਗੁਰੂ ਦੀ ਆਗਿਆ ਨੂੰ ਮੰਨਦਿਆਂ ਹੋਇਆਂ ਆਪਣਾ ਜੀਵਨ ਗੁਰੂ ਦੀ ਮੱਤ ਅਨੁਸਾਰ ਗੁਰਮਤੀਆ ਹੋ ਕੇ ਬਿਤਾਉਂਦਾ ਹੈ। ਇਹੋ ਜਿਹਾ ਸੇਵਕ ਜਦੋਂ ਗੁਰੂ ਨੂੰ ਭਾ ਜਾਂਦਾ ਹੈ ਤਾਂ ਗੁਰੂ ਫਿਰ ਇਹੋ ਜਿਹੇ ਸੇਵਕ ਤੇ ਕਿਰਪਾ ਕਰਦਾ ਹੈ। ਕਿਰਪਾ ਕਰਕੇ ਆਪਣਾ ਨਾਮ ਪਵਿੱਤਰ ਬਖਸ਼ ਕੇ ਸੇਵਕ ਨੂੰ ਨਾਮ ਦੁਆਰਾ ਸੇਵਕ ਦੀਆਂ ਸਾਰੀਆਂ ਇੱਛਾਵਾਂ ਲੋੜਾਂ ਪੂਰੀਆਂ ਕਰਕੇ ਅਖੀਰ ਜਦੋਂ ਇੱਛਾਵਾਂ ਮੁੱਕ ਜਾਣ, ਇੱਛਾ ਤੋਂ ਰਹਿਤ ਹੋ ਕੇ ਸੇਵਕ ਜਦੋਂ ਨਿਸਕਾਮਤਾ ਨਾਲ ਉਸ ਵਾਹਿਗੁਰੂ ਨੂੰ ਚੇਤੇ ਕਰਦਾ ਹੈ, ਅੱਠੇ ਪੈਰ ਸਿਮਰਨ ਵਿੱਚ ਜੁੜਿਆ ਰਹਿੰਦਾ ਹੈ, ਤਾਂ ਸੰਗ ਮਿਲਾਏ ਲਿਆ ਮੇਰਾ ਕਰਤਾ ਹੈ, ਸੰਤ ਸਾਧ ਭਏ ਸਾਥੀ ਦੀ ਬਖਸ਼ਿਸ਼ ਹੋ ਜਾਂਦੀ ਹੈ। ਉਹ ਸੇਵਕ ਦੇ ਸੰਕਲਪ ਰੂਪੀ ਹੱਥ ਨੂੰ ਪਕੜ ਕੇ ਸਤਿਗੁਰੂ ਆਪਣੇ ਵਿੱਚ ਮਿਲਾ ਲੈਂਦੇ ਆ, ਵਾਹਿਗੁਰੂ ਦੀ ਅਭੇਦਤਾ ਬਖਸ਼ ਦਿੰਦੇ ਆ। ਪੂਰੇ ਸਤਿਗੁਰੂ ਤੋਂ ਇਹ ਪ੍ਰਾਪਤੀਆਂ ਸਤਿਗੁਰੂ ਜੀ ਨੇ ਸ਼ਬਦ ਦੁਆਰਾ ਦਰਸਾਈਆਂ ਨੇ। ਜਦੋਂ ਗੁਰੂ ਦੀ ਗੱਲ ਚੱਲਦੀ ਹੈ, ਸਤਿਗੁਰੂ ਪੂਰੇ ਦਾ ਜ਼ਿਕਰ ਆਉਂਦਾ ਹੈ, ਤਾਂ ਇਹ ਮਨ ਵਿੱਚ ਆਉਂਦਾ ਹੈ ਵੀ ਜੇ ਸਤਿਗੁਰੂ ਨੇ ਪੂਰਾ ਸਤਿਗੁਰੂ ਕਿਹਾ ਤਾਂ ਸੰਸਾਰ ਵਿੱਚ ਅਧੂਰੇ ਗੁਰੂ ਵੀ ਨੇ। ਇਹੋ ਜਿਹੇ ਗੁਰੂ ਵੀ ਨੇ ਜਿਹੜੇ ਭੇਖੀ ਨੇ, ਪਖੰਡੀ ਨੇ, ਲੋਕ ਵਿਖਾਵੇ ਲਈ ਆਪਣੇ ਜੀਵਨ ਦੇ ਵਿੱਚ ਲੋਭ ਧਾਰ ਕੇ ਲੋਕਾਂ ਨੂੰ ਠੱਗਦੇ ਆ, ਲੁੱਟਦੇ ਆ। ਜਿੱਥੇ ਉਹ ਭੇਖੀ ਗੁਰੂ, ਪਖੰਡੀ ਗੁਰੂ, ਕੱਚੇ ਗੁਰੂ ਲੋਕਾਂ ਨੂੰ ਧਨ ਕਰਕੇ ਲੁੱਟਦੇ ਆ, ਉੱਥੇ ਤਨ ਕਰਕੇ ਵੀ ਖੁਆਰ ਕਰਦੇ ਆ। ਇਹੋ ਜਿਹੇ ਜਿਹੜੇ ਭੇਖੀ ਨੇ, ਪਖੰਡੀ ਨੇ, ਉਹ ਗੁਰੂ ਕਾਲ ਤੋਂ ਹੀ ਚੱਲੇ ਆ ਰਹੇ ਆ। ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਜਗਤ ਜੀਆਂ ਨੂੰ ਤਾਰਨ ਹਿਤ ਅਵਤਾਰ ਧਾਰਿਆ, ਉੱਥੇ ਜਗਤ ਜਲੰਦੇ ਨੂੰ ਤਾਰਦਿਆਂ ਸਤਿਗੁਰੂ ਜੀ ਨੇ ਇਹਨਾਂ ਭੇਖੀਆਂ ਦੇ ਪਖੰਡਾਂ ਤੋਂ ਸਤਿਗੁਰੂ ਜੀ ਨੇ ਵਰਜਿਆ ਤੇ ਸਾਨੂੰ ਹੁਕਮ ਕੀਤਾ, ਇੱਕ ਅਕਾਲ ਪੁਰਖ ਵਾਹਿਗੁਰੂ ਦੇ ਭੇਜੇ ਹੋਏ ਪੂਰੇ ਗੁਰੂ ਦੇ ਚਰਨੀ ਲੱਗ ਕੇ ਵਾਹਿਗੁਰੂ ਨਾਲ ਮਿਲਿਆ ਜਾ ਸਕਦਾ ਹੈ। ਇਸ ਲਈ ਗੁਰਬਾਣੀ ਦੇ ਆਰੰਭ ਵਿੱਚ ਵੀ ਗੁਰਪ੍ਰਸਾਦ ਦਾ ਜ਼ਿਕਰ ਮਿਲਦਾ ਹੈ। ਜਿੱਥੇ ਵੀ ਰਾਗ ਦੀ ਆਰੰਭਤਾ ਹੁੰਦੀ ਹੈ ਉੱਥੇ ਸਤਿਗੁਰੂ ਮਹਾਰਾਜ ਦੱਸਦੇ ਆ ਗੁਰਪ੍ਰਸਾਦ। ਜਿੱਥੇ ਮੰਗਲ ਉਚਾਰਦੇ ਆ ਇੱਕ ਓੰਕਾਰ ਸਤਿਗੁਰ ਪ੍ਰਸਾਦ, ਜਾਂ ਚਾਰੇ ਤਰ੍ਹਾਂ ਦੇ ਜਿਹੜੇ ਮੰਗਲ ਬਾਣੀ 'ਚ ਆਏ ਆ ਉਹਨਾਂ ਵਿੱਚ ਦਰਸਾਇਆ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਪੂਰੇ ਗੁਰੂ ਦੁਆਰਾ ਹੀ ਹੋਣੀ ਹੈ, ਸੱਚੇ ਗੁਰੂ ਦੁਆਰਾ ਹੋਣੀ ਹੈ। ਜੀਵਨ ਵਿੱਚ ਜਿਹੜੇ ਲੋਕ ਭੇਖੀਆਂ ਪਖੰਡੀਆਂ ਦੇ ਕੋਲ ਜਾ ਕੇ ਖੁਆਰ ਹੋ ਰਹੇ ਆ, ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਪਾਵਨ ਬਾਣੀ 'ਚ ਦਰਸਾ ਦਿੱਤਾ ਹੈ। ਜਿਹੜਾ ਸਤਿਗੁਰੂ ਤੋਂ ਪੂਰੇ ਗੁਰੂ ਤੋਂ ਬੇਮੁਖ ਹੁੰਦਾ ਹੈ ਉਹ ਮੁਕਤ ਨਹੀਂ ਹੋ ਸਕਦਾ। ਕਿੰਨਾ ਚਿਰ ਮੁਕਤ ਨਹੀਂ ਹੋ ਸਕਦਾ? ਜਿੰਨਾ ਚਿਰ ਉਹ ਪੂਰੇ ਗੁਰੂ ਦੀ ਆ ਕੇ ਸ਼ਰਨ 'ਚ ਨਹੀਂ ਪੈਂਦਾ। ਜੇ ਭਾਈ ਮੂਲਾ ਗੁਰੂ ਨਾਨਕ ਤੋਂ ਬੇਮੁਖ ਹੋਇਆ ਤਾਂ ਸੱਪ ਦੇ ਡੰਗ ਨਾਲ ਮਰਿਆ। ਪਹਿਲੇ ਜਾਮੇ ਦਾ ਵਿਛੜਿਆ ਹੋਇਆ ਸਤਿਗੁਰੂ ਜੀ ਨੇ 10ਵੇਂ ਜਾਮੇ ਵਿੱਚ ਨਾਦੇੜ ਦੀ ਧਰਤੀ ਤੇ ਸਹੇ ਦੀ ਜੂਨ 'ਚ ਪਿਆ ਮੁਕਤ ਕੀਤਾ। ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛਹੁ ਵਿਵੇਕੀਆਂ ਜਾਏ। ਅਨੇਕ ਜੋਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ।
ਜੂਨਾਂ ਵਿੱਚ ਭਰਮ ਕੇ ਜਦੋਂ ਆ ਕੇ ਸੇਵਕ ਬੇਨਤੀਆਂ ਕਰਦਾ ਹੈ, ਹੇ ਸਤਿਗੁਰੂ ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਮੈਨੂੰ ਹੋਰ ਕੋਈ ਥਾਂ ਐਸੀ ਸੁਝਦੀ ਨਹੀਂ ਜਿਹੜਾ ਆਪ ਮੁਕਤ ਹੋਵੇ ਤੇ ਸਾਰੇ ਸੰਸਾਰ ਨੂੰ ਮੁਕਤ ਕਰਨ ਦੇ ਸਮਰੱਥ ਹੋਵੇ। ਤੁਹਾਡੇ ਜੈਸਾ ਸਤਿਗੁਰੂ ਹੋਰ ਕੋਈ ਸਮਰੱਥ ਦਿਖਾਈ ਨਹੀਂ ਦਿੰਦਾ। ਜਿਵੇਂ ਤੁਹਾਡਾ ਨਾਮ ਸੁਣ ਕੇ ਹੀ ਮਹਾਰਾਜ ਲੋਕ ਪਰਲੋਕ ਵਿੱਚ ਰੱਖਿਆ ਹੁੰਦੀ ਹੈ, ਜਮ ਲੱਜਤ ਹੋ ਕੇ ਭੱਜ ਜਾਂਦਾ ਹੈ। ਜਿਵੇਂ ਤੁਸੀਂ ਦਰਗਾਹ ਵਿੱਚ ਰੱਖਿਆ ਕਰਦੇ ਹੋ ਮਹਾਰਾਜ, ਐਸਾ ਰੱਖਿਆ ਕਰਨ ਵਾਲਾ ਹੋਰ ਕੋਈ ਨਹੀਂ ਹੈ। ਫਿਰ ਸੇਵਕ ਅਰਦਾਸਾਂ ਕਰਦਾ, ਸਤਿਗੁਰੂ ਕਿਰਪਾ ਕਰੋ, ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਤਿਗੁਰੂ ਫਿਰ ਕਿਰਪਾ ਕਰਕੇ ਆਪਣੇ ਚਰਨੀ ਲਾ ਲੈਂਦੇ ਆ। ਇਹ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਅੱਜ ਇਹ ਬਖਸ਼ਿਸ਼ਾਂ ਕੀਤੀਆਂ। ਆਓ ਜੋ ਪਾਵਨ ਮੁਖ ਵਾਕ ਦੀ ਵਿਚਾਰ ਹੈ, ਸਤਿਗੁਰੂ ਕਿਰਪਾ ਕਰਨ ਪ੍ਰਾਰੰਭਤਾ ਤੋਂ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਮਹੱਲਾ ਪੰਜਵਾ ਭਾਵ ਪੰਜਵੇਂ ਘਰ ਦੇ ਮਾਲਕ, ਸ਼ਹੀਦਾਂ ਦੇ ਸਰਤਾਜ, ਪ੍ਰਤੱਖ ਹਰੀ ਸਰੂਪ, ਸ਼ਾਂਤੀ ਦੇ ਸੋਮੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਬਾਣੀ ਕੇ ਬੋਹਿਤ ਸਤਿਗੁਰੂ ਦੀ ਅੰਮ੍ਰਿਤਮਈ ਰਸਨਾ ਦਾ ਵਚਨ ਹੈ। ਇਹ ਪਾਵਨ ਬਚਨ ਸਤਿਗੁਰੂ ਜੀ ਸੋਰਠ ਦੇ ਅੰਦਰ ਬਖਸ਼ਿਸ਼ ਕਰ ਰਹੇ ਹਨ। ਸਤਿਗੁਰ ਪੂਰੇ ਭਾਣਾ। ਪੂਰੇ ਸਤਿਗੁਰੂ ਦਾ ਜਦੋਂ ਸੇਵਕ ਤੇ ਮਨ ਮੰਨ ਜਾਵੇ, ਜਦੋਂ ਸਿੱਖ ਗੁਰੂ ਦੇ ਘਰ ਵਿੱਚ ਰਹਿ ਕੇ ਗੁਰੂ ਦੀ ਆਗਿਆ ਨੂੰ ਮਨ ਵਿੱਚ ਮੰਨਦਾ ਹੈ, ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮਹਿ ਸਹੈ, ਆਪਸ ਕਉ ਕਰ ਕਛ ਨ ਜਨਾਵੈ, ਹਰ ਹਰ ਨਾਮ ਹਿਰਦੈ ਸਤਿ ਧਿਆਵੈ, ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਈ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ, 20 ਵਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਸਤਿਗੁਰ ਪੂਰੇ ਭਾਣਾ, ਜਿਹੜਾ ਸੇਵਕ, ਜਿਸ ਸੇਵਕ ਦਾ ਜੀਵਨ ਪੂਰੇ ਸਤਿਗੁਰੂ ਨੂੰ ਭਾ ਜਾਵੇ, ਗੁਰੂ ਦੀ ਆਗਿਆ ਵਿੱਚ ਰਹਿੰਦਿਆਂ ਜਿਹੜਾ ਸੇਵਕ ਜੀਵਨ ਬਿਤਾਉਂਦਾ, 20 ਵਿਸਵੇ ਭਾਵ ਪੂਰਨ ਤੌਰ ਤੇ 20 ਵਿਸਵੇ ਗੁਰ ਕਾ ਮਨ ਮਾਨੈ, ਗੁਰੂ ਦਾ ਮਨ ਸਿੱਖ ਤੇ ਮੰਨ ਜਾਵੇ ਪੂਰਨ ਤੌਰ ਤੇ, ਉਹ ਸੇਵਕ ਨੂੰ ਸਤਿਗੁਰੂ ਮਹਾਰਾਜ ਫਿਰ ਆਪਣੇ ਦਰ ਘਰ ਦੀਆਂ ਬਖਸ਼ਿਸ਼ਾਂ ਨਾਲ ਨਿਵਾਜ ਦਿੰਦੇ ਆ। ਉਹਨਾਂ ਮਹਾਨ ਗੁਰਸਿੱਖਾਂ ਦਾ ਜਦੋਂ ਜੀਵਨ ਪੜ੍ਹਦੇ ਆ, ਜਿਨ੍ਹਾਂ ਨੇ ਗੁਰੂ ਕੇ ਗ੍ਰਹਿ ਵਿੱਚ ਰਹਿ ਕੇ ਸੇਵਾ ਕਮਾਈ, ਗੁਰੂ ਕੇ ਹੁਕਮ ਨੂੰ ਮੰਨਦਿਆਂ ਜੀਵਨ ਬਤੀਤ ਕੀਤਾ, 8 ਪਹਿਰ ਸਿਮਰਨ ਵਿੱਚ ਰਹਿੰਦਿਆਂ, ਸੇਵਾ ਵਿੱਚ ਤਤਪਰ ਰਹਿੰਦਿਆਂ ਗੁਰੂ ਦੀਆਂ ਖੁਸ਼ੀਆਂ ਲਈਆਂ। ਧੰਨ ਸਨ ਉਹਨਾਂ ਪੁਰਾਤਨ ਗੁਰਸਿੱਖਾਂ ਦੇ ਜੀਵਨ, ਜਿਨ੍ਹਾਂ ਵਿੱਚੋਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਜਿਨ੍ਹਾਂ ਦੇ ਦਿਹਾੜਾ ਚੱਲ ਰਿਹਾ ਕੱਲ੍ਹ ਨੂੰ, ਜਿਨ੍ਹਾਂ ਦਾ ਜਨਮ ਦਿਹਾੜਾ ਵਿਸ਼ੇਸ਼ ਤੌਰ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸ਼ਹੀਦਾਂ ਸਥਾਨ ਤੇ ਮਨਾਇਆ ਜਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਉੱਥੇ ਦੇਸ਼ ਵਿਦੇਸ਼ ਅੰਦਰ ਸਿੱਖ ਸੰਗਤਾਂ ਧੰਨ ਧੰਨ ਅਮਰ ਸ਼ਹੀਦ, ਜਿੰਦਾ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਦਿਨ ਮਨਾ ਰਹੀਆਂ ਨੇ। ਕੈਸਾ ਜੀਵਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸਿੱਖ ਇਤਿਹਾਸ ਵਿੱਚ ਜ਼ਿਕਰ ਆਉਂਦਾ। ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਜਿਨ੍ਹਾਂ ਦਾ ਜਨਮ ਇੱਥੇ ਅੰਮ੍ਰਿਤਸਰ ਦੀ ਧਰਤੀ ਦੇ ਨੇੜੇ ਪਿੰਡ ਪਹੂਬਿੰਡ ਵਿਖੇ ਹੋਇਆ। ਭਾਈ ਭਗਤਾ ਜੀ, ਮਾਂ ਜਿਉਣੀ ਜੀ ਦੇ ਗ੍ਰਹਿ ਵਿਖੇ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਜਨਮ ਲਿਆ। ਪਰਿਵਾਰ ਦੇ ਵਿੱਚ ਸਤਿਗੁਰੂ ਦੀ ਸਿੱਖੀ ਹੈ।
ਬਚਪਨ ਤੋਂ ਹੀ ਮਾਂ ਗੁਰਬਾਣੀ ਦੀਆਂ ਲੋਰੀਆਂ ਦਿੰਦੀ ਹੈ, ਗੁਰਬਾਣੀ ਸਰਵਣ ਕਰਾਉਂਦੀ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਦਾ ਬਚਪਨ ਦਾ ਨਾਮ ਭਾਈ ਦੀਪਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ। ਮਾਂ ਤੋਂ ਗੁਰਬਾਣੀ ਦੀਆਂ ਲੋਰੀਆਂ ਸੁਣਦਿਆਂ ਸੁਣਦਿਆਂ, ਪਿਤਾ ਤੋਂ ਗੁਰਬਾਣੀ ਦੀ ਸਿੱਖਿਆ ਲੈਂਦਿਆਂ ਲੈਂਦਿਆਂ ਜਦੋਂ ਕੁਝ ਬਾਲਪਨ ਦੇ ਵਿੱਚ ਹੋਏ ਤਾਂ ਮਾਤਾ ਪਿਤਾ ਦੇ ਮਨ ਵਿੱਚ ਆਇਆ ਵੀ ਪੁੱਤਰ ਹੁਣ ਕੁਝ ਵਡੇਰੀ ਉਮਰ ਦੇ ਵਿੱਚ ਹੋ ਚੱਲਿਆ, ਵੀ ਕਿਉਂ ਨਾ ਆਪਾਂ ਸਤਿਗੁਰੂ ਦੇ ਨੂੰ ਦਰਸ਼ਨ ਕਰਾਈਏ। ਉਦੋਂ ਗੁਰਸਿੱਖਾਂ ਨੂੰ ਹਰ ਸਮੇਂ ਹਰ ਥਾਂ ਗੁਰੂ ਦੇ ਦਰਸ਼ਨ ਨਸੀਬ ਨਹੀਂ ਸਨ। ਇਹ ਤਾਂ ਕਲੰਗੀਆਂ ਵਾਲੇ ਨੇ ਸਾਡੇ ਤੇ ਕਿਰਪਾ ਕੀਤੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਸਾਨੂੰ ਲਾਇਆ। ਅੱਜ ਦੁਨੀਆ ਦੇ ਕੋਨੇ-ਕੋਨੇ ਜਿੱਥੇ ਸਿੱਖ ਬੈਠਾ ਹੈ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਸੁਭਾਗ ਪ੍ਰਾਪਤ ਹੈ। ਨਹੀਂ ਤਾਂ ਉਹਨਾਂ ਸਮਿਆਂ ਦੇ ਵਿੱਚ ਜਦੋਂ ਗੁਰੂ ਜਿਸ ਧਰਤੀ ਤੇ ਹੁੰਦਾ ਉਸੇ ਧਰਤੀ ਤੇ ਸਿੱਖ ਨੂੰ ਆ ਕੇ ਦਰਸ਼ਨ ਕਰਨੇ ਪੈਂਦੇ। ਭਾਈ ਦੀਪਾ ਦੇ ਮਾਤਾ ਤੇ ਪਿਤਾ ਜੀ ਦੋਵਾਂ ਨੇ ਸਲਾਹ ਕੀਤੀ ਵੀ ਆਨੰਦਪੁਰ ਸਾਹਿਬ ਕਲੰਗੀਆਂ ਵਾਲੇ ਪਿਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸ਼ਰਨ ਵਿੱਚ ਚੱਲ ਕੇ ਦਰਸ਼ਨ ਆਪ ਵੀ ਕਰਦੇ ਆਂ ਤੇ ਪੁੱਤਰ ਨੂੰ ਵੀ ਕਰਾਉਣੇ ਆ। ਰਹਿਤਨਾਮਿਆਂ 'ਚ ਹੁਕਮ ਆ ਨਾ, ਸਿੱਖ ਸਿੱਖਣੀ ਮਿਲਵਾ ਹੈ, ਚਰਚਾ ਕਰੈ ਅਪਾਰ, ਭਜਨ ਸਿਖਾਵੈ ਪੁੱਤਰ ਕੋ ਹਰ ਭਜ ਬਾਰੰਬਾਰ। ਰਹਿਤਨਾਮਿਆਂ 'ਚ ਕਲਗੀਧਰ ਜੀ ਦਾ ਹੁਕਮ ਹੈ, ਸਿੱਖ ਤੇ ਸਿੱਖਣੀ ਦੋਵੇਂ ਰੋਜ਼ ਇਕੱਠੇ ਬੈਠ ਕੇ ਪੁੱਤਰ ਨੂੰ ਭਜਨ ਕਰਨਾ ਸਿਖਾਉਣ। ਉਹ ਵਾਹਿਗੁਰੂ ਦੇ ਦਰ ਘਰ ਦੀਆਂ ਬਾਤਾਂ ਸੁਣਾਉਣ, ਗੁਰਮਤਿ ਦ੍ਰਿੜ ਕਰਾਉਣ। ਇਹੋ ਹੀ ਮਨਸਾ ਲੈ ਕੇ ਭਾਈ ਭਗਤਾ ਜੀ ਤੇ ਮਾਂ ਜਿਉਣੀ ਜੀ ਆਨੰਦਪੁਰ ਦੀ ਧਰਤੀ ਤੇ ਕਲੰਗੀਆਂ ਵਾਲੇ ਦੇ ਦਰਬਾਰ ਵਿੱਚ ਆਉਂਦੇ ਐ। ਜਿੱਥੇ ਆਪ ਮੱਥਾ ਟੇਕਦੇ ਆ ਉੱਥੇ ਭਾਈ ਦੀਪਾ ਬਾਬਾ ਦੀਪ ਸਿੰਘ ਸਾਹਿਬ ਜੀ ਵੀ ਮੱਥਾ ਟੇਕਦੇ ਆ। ਕਲੰਗੀਧਰ ਦੇ ਦਰਬਾਰ ਵਿੱਚ ਬੜੀਆਂ ਬਰਕਤਾਂ, ਬੜੀਆਂ ਰਹਿਮਤਾਂ ਵਰਸਦੀਆਂ ਵੇਖੀਆਂ। ਸਿੱਖ ਇਤਿਹਾਸ ਵਿੱਚ ਜੇਕਰ ਆਉਂਦਾ ਹੈ ਕਿ ਮਾਤਾ ਪਿਤਾ ਕੁਝ ਦਿਨ ਸੇਵਾ ਵਿੱਚ ਰਹਿ ਕੇ ਵਾਪਸ ਜਾਣ ਲਈ ਵਿਚਾਰਾਂ ਕਰਨ ਲੱਗੇ ਤੇ ਜਦੋਂ ਭਾਈ ਦੀਪੇ ਨੂੰ ਪਤਾ ਲੱਗਿਆ, ਭਾਈ ਦੀਪਾ ਮਾਂ ਨੂੰ ਕਹਿਣ ਲੱਗਿਆ, ਮਾਂ ਜੀ ਜੇ ਤੁਸੀਂ ਸਤਿਗੁਰੂ ਦੇ ਦਰਸ਼ਨ ਕਰਾਉਣ ਲਿਆਏ ਹੋ ਤਾਂ ਹੁਣ ਮੈਨੂੰ ਕੁਝ ਸਮਾਂ ਸਤਿਗੁਰੂ ਦੀ ਸੰਗਤ ਵੀ ਕਰ ਲੈਣ ਦਿਓ। ਮਾਤਾ ਪਿਤਾ ਨੇ ਕਲੰਗੀਆਂ ਵਾਲੇ ਪਾਤਸ਼ਾਹ ਦੀ ਆਗਿਆ ਲੈ ਕੇ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਭਾਈ ਦੀਪੇ ਨੂੰ ਛੱਡ ਦਿੱਤਾ। ਸਿੱਖ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਕਲੰਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵਿਸ਼ੇਸ਼ ਤੌਰ ਤੇ ਸ਼ਸਤਰ ਵਿਦਿਆ ਤੇ ਸ਼ਾਸਤਰ ਵਿਦਿਆ ਦੋਵੇਂ ਵਿਦਿਆਵਾਂ ਦਾ ਭਾਈ ਸਾਹਿਬ ਭਾਈ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਸਾਹਿਬ ਤੇ ਪਹਿਰਾ ਲਵਾਇਆ, ਕਿਰਪਾ ਕੀਤੀ, ਸਿੰਘਾਂ ਦੀ ਡਿਊਟੀ ਲਵਾਈ ਵੀ ਇਹਨਾਂ ਨੂੰ ਘੋੜ ਸਵਾਰੀ, ਸ਼ਸਤਰ ਵਿਦਿਆ ਤੇ ਗੁਰਮਤਿ ਦੀ ਵਿਦਿਆ ਦ੍ਰਿੜ ਕਰਵਾਉਣੀ ਹੈ। ਮੈਂ ਸੰਖੇਪ ਵਿੱਚ ਬੇਨਤੀ ਕਰਾਂ, ਆਨੰਦਪੁਰ ਦੀ ਧਰਤੀ ਤੇ ਹੀ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਨਾਲ ਮਿਲਾਪ ਹੁੰਦਾ ਬਾਬਾ ਦੀਪ ਸਿੰਘ ਜੀ ਦਾ। ਆਨੰਦਪੁਰ ਦੀ ਧਰਤੀ ਤੇ ਹੀ ਕਲੰਗੀਆਂ ਵਾਲੇ ਦੇ ਕਲ ਕਮਲਾਂ ਤੋਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਖੰਡੇ ਬਾਟੇ ਦੀ ਪਹੁਲ ਲਈ, ਅੰਮ੍ਰਿਤ ਛਕਿਆ। ਸਤਿਗੁਰੂ ਜੀ ਨੇ ਆਗਿਆ ਦਿੱਤੀ ਮਾਤਾ ਪਿਤਾ ਦੀ ਬੇਨਤੀ ਤੇ ਕੁਝ ਸਮੇਂ ਬਾਅਦ ਬਾਬਾ ਦੀਪ ਸਿੰਘ ਜੀ ਨੂੰ ਆਪਣੇ ਨਗਰ ਆਉਣ ਦੀ। ਤੇ ਸਤਿਗੁਰਾਂ ਨੇ ਜਾਣ ਲੱਗਿਆਂ, ਤੋਰਨ ਲੱਗਿਆਂ ਆਗਿਆ ਦਿੱਤੀ, ਭਾਈ ਦੀਪੇ ਜਿਵੇਂ ਤੂੰ ਇੱਥੇ ਰਹਿ ਕੇ ਸ਼ਸਤਰ ਵਿਦਿਆ ਦਾ ਅਭਿਆਸ ਕਰਦਾ ਹੈ, ਗੁਰਮਤਿ ਦੀ ਵਿਦਿਆ ਗੁਰਬਾਣੀ ਸਿੱਖਦਾ ਹੈ, ਪੜ੍ਹਦਾ ਹੈ, ਜੋ ਤੈਂ ਸਾਡੀ ਸੰਗਤ ਵਿੱਚ ਰਹਿ ਕੇ ਸਿੱਖਿਆ ਪੜ੍ਹਿਆ ਉਹ ਆਪਣੇ ਨਗਰ ਵਿੱਚ, ਇਲਾਕੇ ਵਿੱਚ ਜਾ ਕੇ ਸੰਗਤਾਂ ਦੇ ਵਿੱਚ ਪ੍ਰਚਾਰ ਕਰਨਾ, ਸਿਖਾਉਣਾ ਹੈ। ਇਸ ਇਲਾਕੇ ਵਿੱਚ ਆ ਕੇ ਬਾਬਾ ਦੀਪ ਸਿੰਘ ਜੀ ਨੇ ਸਿੱਖੀ ਦਾ ਬੜਾ ਪ੍ਰਚਾਰ ਪ੍ਰਸਾਰ ਕੀਤਾ। ਉਹ ਸਮਾਂ ਵੀ ਆਇਆ ਜਦੋਂ ਆਨੰਦਪੁਰ ਤੋਂ ਸਤਿਗੁਰੂ ਮਹਾਰਾਜ ਨੇ ਕਿਲ੍ਹਾ ਛੱਡਿਆ, ਪਰਿਵਾਰ ਵਿਛੋੜਾ ਹੋਇਆ, ਸਿੰਘਾਂ ਦੀਆਂ ਸਾਹਿਬਜ਼ਾਦਿਆਂ ਦੀਆਂ ਦਾਦੀ ਮਾਂ ਦੀ ਸ਼ਹੀਦੀ ਹੋਈ। ਚਲਦਿਆਂ ਚਲਦਿਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਮਦਮਾ ਸਾਹਿਬ ਦੀ ਧਰਤੀ ਤੇ ਆਉਂਦੇ ਆ। ਸਿੱਖ ਇਤਿਹਾਸ ਕਹਿੰਦਾ ਵੀ ਇੱਥੋਂ ਸਤਿਗੁਰੂ ਜੀ ਨੇ ਹੁਕਮਨਾਮਾ ਭੇਜ ਕੇ ਬਾਬਾ ਦੀਪ ਸਿੰਘ ਜੀ ਨੂੰ ਆਪਣੇ ਕੋਲ ਦਮਦਮਾ ਸਾਹਿਬ ਬੁਲਾਇਆ। ਦਮਦਮਾ ਸਾਹਿਬ ਦੀ ਧਰਤੀ ਤੇ ਬਾਬਾ ਦੀਪ ਸਿੰਘ ਜੀ ਨੂੰ ਕਲਮਾ ਘੜਨ ਦੀ ਤੇ ਸਿਆਹੀ ਤਿਆਰ ਕਰਨ ਦੀ ਡਿਊਟੀ ਦਿੱਤੀ ਹੈ।
ਜਿੱਥੇ ਸਤਿਗੁਰੂ ਅੰਮ੍ਰਿਤ ਵੇਲੇ ਸਿੰਘਾਂ ਦੀ ਬੇਨਤੀ ਸੁਣ ਕੇ ਗੁਰਬਾਣੀ ਲਿਖਾਉਂਦੇ ਆ, ਉੱਥੇ ਸੰਧਿਆ ਵੇਲੇ ਸਤਿਗੁਰੂ ਮਹਾਰਾਜ ਉਹਨਾਂ 48 ਸਿੰਘਾਂ ਨੂੰ ਅੰਮ੍ਰਿਤ ਵੇਲੇ ਉਚਾਰੀ ਬਾਣੀ ਦੇ ਅਰਥ ਸੁਣਾਉਂਦੇ ਆ। ਉਹਨਾਂ ਅਰਥ ਪੜ੍ਹਨ ਵਾਲੇ ਸਿੰਘਾਂ ਵਿੱਚ 48 ਸਿੰਘਾਂ 'ਚ ਮੋਢੀ ਨੇ ਧੰਨ ਬਾਬਾ ਦੀਪ ਸਿੰਘ ਜੀ। 9 ਮਹੀਨੇ 9 ਦਿਨ 9 ਘੜੀਆਂ 9 ਪਲਾਂ ਦੇ ਵਿੱਚ ਵਿਦਵਾਨ ਕਹਿੰਦੇ ਆ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੰਠੋ ਜਵਾਨੀ ਉਚਾਰ ਕੇ ਸ਼ਹੀਦ ਭਾਈ ਮਨੀ ਸਿੰਘ ਨੂੰ ਲਿਖਾਰੀ ਲਾ ਕੇ ਲਿਖਵਾਇਆ ਤੇ ਇੰਨੇ ਸਮੇਂ ਦੇ ਵਿੱਚ ਹੀ 48 ਸਿੰਘਾਂ ਨੂੰ ਸਾਰੀ ਗੁਰਬਾਣੀ ਦੇ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਅਰਥ ਵੀ ਪੜ੍ਹਾਏ। ਜਦੋਂ ਸਤਿਗੁਰੂ ਹਜੂਰ ਸਾਹਿਬ ਵੱਲ ਨੂੰ ਨਾਂਦੇੜ ਵੱਲ ਨੂੰ ਚਾਲਾ ਪਾਉਣ ਲੱਗੇ ਆ ਤਾਂ ਬਾਬਾ ਦੀਪ ਸਿੰਘ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਨੂੰ ਕੀ ਹੁਕਮ ਹੈ? ਕਿਉਂਕਿ ਗੁਰੂ ਦਾ ਸਿੱਖ ਗੁਰੂ ਦੀ ਆਗਿਆ 'ਚ ਰਹਿੰਦਾ ਹੈ। ਗੁਰੂ ਕਾ ਸੇਵਕ ਗੁਰੂ ਦੀ ਆਗਿਆ ਨੂੰ ਗੁਰੂ ਦਾ ਸੇਵਕ ਹਿਰਦੇ 'ਚ ਮਨ ਕਰਕੇ ਮੰਨਦਾ ਹੈ। ਆਗਿਆ ਮੰਨਦਾ ਹੀ ਨਹੀਂ, ਮਿੱਠੀ ਕਰਕੇ ਮੰਨਦਾ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਭਾਈ ਦੀਪ ਸਿੰਘ ਤੂੰ ਇੱਥੇ ਹੁਣ ਦਮਦਮਾ ਸਾਹਿਬ ਰਹਿਣਾ ਹੈ, ਇੱਥੋਂ ਦੀ ਸੇਵਾ ਸੰਭਾਲ ਕਰਨੀ ਹੈ ਤੇ ਗੁਰਮਤਿ ਦੀ ਵਿਦਿਆ ਜੋ ਤੂੰ ਸਾਥੋਂ ਪੜ੍ਹੀ ਹੈ ਕਥਾ ਉਹ ਅੱਗੇ ਪੜਾਉਣੀ ਹੈ। ਬਾਬਾ ਦੀਪ ਸਿੰਘ ਨੇ ਸਿੱਖ ਇਤਿਹਾਸ ਕਹਿੰਦਾ ਵੀ ਬੇਨਤੀ ਕੀਤੀ, ਸਤਿਗੁਰੂ ਮੇਰੇ ਆਨੰਦ ਵਿੱਚ ਫਰਕ ਨਾ ਪਵੇ। ਕਲੰਗੀਆਂ ਵਾਲੇ ਨੇ ਬਚਨ ਕੀਤਾ, ਭਾਈ ਦੀਪ ਸਿੰਘ ਤੇਰਾ ਸੀਸ ਭਾਵੇਂ ਧੜ ਤੋਂ ਜੁਦੇ ਹੋ ਜਾਵੇ ਪਰ ਤੇਰੇ ਆਨੰਦ ਵਿੱਚ ਅੰਤਰ ਨਹੀਂ ਆਵੇਗਾ, ਫਰਕ ਨਹੀਂ ਪਵੇਗਾ। ਇਹ ਗੁਰਪੂਰੇ ਭਾਣਾ। ਧੰਨ ਬਾਬਾ ਦੀਪ ਸਿੰਘ ਦਾ ਜੀਵਨ ਬੜਾ ਵਿਸ਼ਾਲ, ਬੜਾ ਵੱਡਾ ਨਿਤਨੇਮ। ਤਖਤ ਸ੍ਰੀ ਦਮਦਮਾ ਸਾਹਿਬ ਪਾਵਨ ਧਰਤੀ ਤੇ ਰਹਿ ਕੇ 4 ਸਰੂਪ ਹੱਥੀਂ ਲਿਖੇ ਬਾਬਾ ਦੀਪ ਸਿੰਘ ਨੇ। ਇੱਕ ਸਰੂਪ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਲਾਓ ਵਾਲੇ ਦਿਨ ਪ੍ਰਕਾਸ਼ ਹੁੰਦਾ ਹੈ, ਜੀ ਤੇ 2.5 ਕਿਲੋ ਸੋਨਾ ਜਲਤ ਤੇ ਲੱਗੇ ਹੈ, ਉਹ ਪਾਵਨ ਸਰੂਪ ਜਲਾਓ ਵਾਲੇ ਦਿਨ ਪ੍ਰਕਾਸ਼ ਹੁੰਦਾ। ਜਿਵੇਂ ਕਲੰਗੀਆਂ ਵਾਲੇ ਪਿਤਾ ਦੇ ਪਿਛਲੇ ਦਿਨਾਂ ਦੇ ਵਿੱਚ ਦਿਹਾੜੇ ਤੇ ਪ੍ਰਕਾਸ਼ ਤੇ ਜਲਾਓ ਸਜਿਆ ਤੇ ਉਹ ਪਾਵਨ ਸਰੂਪ ਪ੍ਰਕਾਸ਼ ਹੋਇਆ, ਸੰਗਤਾਂ ਨੇ ਦਰਸ਼ਨ ਕੀਤੇ। ਜਿੱਥੇ ਸਰੂਪ ਲਿਖੇ ਉੱਥੇ ਬੇਅੰਤ ਸਿੰਘਾਂ ਨੂੰ ਅੱਗੇ ਅਰਥ ਵੀ ਪੜ੍ਹਾਏ, ਕਿਉਂਕਿ ਗੁਰੂ ਕੀ ਆਗਿਆ ਸੀ। ਅੱਜ ਵੀ ਤੁਸੀਂ ਬਾਬਾ ਦੀਪ ਸਿੰਘ ਦੇ ਤਖਤ ਸ੍ਰੀ ਦਮਦਮਾ ਸਾਹਿਬ ਭੋਰੇ 'ਚ ਜਾ ਕੇ ਦਰਸ਼ਨ ਕਰੋ। ਭੋਰੇ ਦੇ ਵਿੱਚ ਕਿਵੇਂ ਕੰਧ ਦੇ ਵਿੱਚ ਘੜੇ ਦੱਬੇ ਹੋਏ ਆ, ਉਹ ਘੜਿਆਂ ਦੇ ਵਿੱਚ ਭੁੱਜੇ ਛੋਲੇ ਰੱਖ ਕੇ ਬਾਬਾ ਜੀ ਉਹ ਭੁੱਜੇ ਛੋਲੇ ਛਕ ਕੇ ਭਗਤੀ ਕਰਦੇ, ਬੰਦਗੀ ਕਰਦੇ। ਉੱਥੋਂ ਹੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਅਬਦਾਲੀ ਤੋਂ ਹਿੰਦੁਸਤਾਨ ਦੀ ਪੱਤ ਲੁੱਟ ਕੇ ਜਦੋਂ ਲਿਜਾ ਰਿਹਾ ਸੀ, ਬਹੂ ਬੇਟੀਆਂ ਨੂੰ ਛੁਡਾਇਆ। ਉੱਥੋਂ ਹੀ ਜਦੋਂ ਨਾਂਦੇੜ ਦੀ ਧਰਤੀ ਤੋਂ ਬੰਦੇ ਬਹਾਦਰ ਨੂੰ ਸਤਿਗੁਰੂ ਭੇਜਦੇ ਆ ਪੰਜਾਬ ਵੱਲ, ਵੱਖ-ਵੱਖ ਥਾਵਾਂ ਤੇ ਹੁਕਮਨਾਮੇ ਘੱਲਦੇ ਆ। ਇੱਕ ਹੁਕਮਨਾਮਾ ਬਾਬਾ ਦੀਪ ਸਿੰਘ ਜੀ ਨੂੰ ਵੀ ਆਉਂਦਾ ਹੈ। ਉਹ ਹੁਕਮਨਾਮਾ ਪ੍ਰਾਪਤ ਕਰਕੇ ਸਾਥੀ ਸਿੰਘਾਂ ਸਮੇਤ, ਜਥੇ ਸਮੇਤ ਸਰਹੰਦ ਦੇ ਜੰਗ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਬਾਬੇ ਬੰਦੇ ਬਹਾਦਰ ਨਾਲ ਮਿਲ ਕੇ ਜੰਗ ਕੀਤਾ। ਉਹ ਜੰਗ ਦੇ ਵਿੱਚ ਐਸੇ ਜੌਹਰ ਵਿਖਾਏ, ਪੰਥ ਖਾਲਸੇ ਨੇ ਪ੍ਰਸੰਨ ਹੋ ਕੇ। ਸਿੱਖ ਇਤਿਹਾਸ ਵਿੱਚ ਜ਼ਿਕਰ ਆਉਂਦਾ, ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਜਿੰਦਾ ਸ਼ਹੀਦ ਦਾ ਖਿਤਾਬ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਦਿੱਤਾ। ਬਖਸ਼ਿਸ਼ਾਂ ਮਿਲੀਆਂ। ਜਦੋਂ ਤਖਤ ਸ੍ਰੀ ਦਮਦਮਾ ਸਾਹਿਬ ਦਰਸ਼ਨ ਕਰਦੇ ਆ, ਉੱਪਰ ਦਮਦਮਾ ਸਾਹਿਬ ਬਾਬਾ ਜੀ ਦਾ ਗੁਟਕਾ ਸਾਹਿਬ ਹੈ। ਜਦੋਂ ਗੁਟਕਾ ਸਾਹਿਬ ਦੇ ਦਰਸ਼ਨ ਕਰਦੇ ਆ ਹੈਰਾਨ ਹੋ ਜਾਈਦਾ, ਗੁਟਕੇ ਤੇ ਸਾਈਂ ਨਾ ਗੁਟਕਾ ਕਮਰ ਕਸਾ ਦੀਪ ਸਿੰਘ ਕਾ ਅਸਵਾਰਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਾ। ਰੋਜ਼ਾਨਾ ਦਾ ਬਾਬਾ ਜੀ ਦਾ ਉਹ ਨਿਤਨੇਮ। ਜਦੋਂ ਬਾਬਾ ਜੀ ਦੇ ਸਿਮਰਨੇ ਦੇ ਦਰਸ਼ਨ ਕਰਦੇ ਆ, ਕਿੱਡੇ ਕਿੱਡੇ ਮੋਟੇ ਮਣਕਿਆਂ ਵਾਲਾ ਸਿਮਰਨਾ ਬਾਬਾ ਜੀ ਦੇ, ਕਿੰਨੇ ਸ਼ਸਤਰ ਪਹਿਨੇ ਹੁੰਦੇ। ਉਹ ਮਹਾਨ ਸ਼ਹੀਦ ਦਾ ਪਾਵਨ ਜਨਮ ਦਿਹਾੜਾ ਕੱਲ੍ਹ ਨੂੰ ਵਿਸ਼ੇਸ਼ ਤੌਰ ਤੇ ਸਾਰੇ ਸਥਾਨਾਂ ਤੇ ਮਨਾਇਆ ਜਾ ਰਿਹਾ। ਉੱਥੇ ਵਿਸ਼ੇਸ਼ ਤੌਰ ਤੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦਾਂ ਸਾਹਿਬ ਅਸਥਾਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦਗੰਜ ਵਿਖੇ ਮਨਾਇਆ ਜਾ ਰਿਹਾ ਹੈ। ਜਿੱਥੇ ਦਿਹਾੜਾ ਮਨਾਇਆ ਜਾ ਰਿਹਾ ਉੱਥੇ ਗੁਰਸੰਗਤ ਜੀ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋ ਰਿਹਾ ਹੈ। ਜਿੱਥੋਂ ਤੱਕ ਮੇਰੀ ਆਵਾਜ਼ ਜਾਂਦੀ ਹੈ, ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਭਾਈ ਜਿਹਨੇ ਅੰਮ੍ਰਿਤ ਨਹੀਂ ਛਕਿਆ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਇਹ ਯਾਦਗਾਰ ਬਣਾਈਏ ਕਿ ਇਸ ਪਾਵਨ ਦਿਹਾੜੇ ਤੇ ਅਸੀਂ ਗੁਰੂ ਕੇ ਜਹਾਜ਼ੇ 'ਚ ਚੜ੍ਹੇ ਹਾਂ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ, ਸਤਿਗੁਰ ਪੂਰੇ ਭਾਣਾ। ਜਦੋਂ ਕਿਸੇ ਸਿੱਖ ਦਾ ਜੀਵਨ ਗੁਰੂ ਦੀ ਆਗਿਆ ਅਨੁਸਾਰ ਚਲਦਿਆਂ ਚਲਦਿਆਂ ਗੁਰੂ ਨੂੰ ਸਿੱਖ ਦਾ ਜੀਵਨ ਭਾ ਜਾਂਦਾ ਹੈ, ਗੁਰੂ ਨੂੰ ਸਿੱਖ ਦਾ ਜੀਵਨ ਚੰਗਾ ਲੱਗਦਾ ਹੈ, ਤਾਂ ਜਪਿਆ ਨਾਮ ਰਮਾਣਾ, ਤਾਂ ਫਿਰ ਸਤਿਗੁਰੂ ਕਿਰਪਾ ਕਰ ਦਿੰਦਾ ਹੈ, ਨਾਮ ਦੀ ਦਾਤ ਦੇ ਦਿੰਦਾ ਹੈ। ਜਿੰਨਾ ਚਿਰ ਕਿਸੇ ਨੂੰ ਭੁੱਖ ਨਾ ਹੋਵੇ ਉਹਨਾਂ ਚਿਰ ਮਨੁੱਖ ਮੂਹਰੇ ਜਿੰਨੇ ਮਰਜ਼ੀ ਚੰਗੇ ਤੋਂ ਚੰਗੇ, ਕੀਮਤੀ ਤੋਂ ਕੀਮਤੀ ਪਦਾਰਥ ਪਏ ਹੋਣ, ਜੇ ਰੱਜਿਆ ਹੋਇਆ ਮਨੁੱਖ ਆ ਉਹਨੂੰ ਸਵਾਦ ਨਹੀਂ ਲੱਗਦਾ। ਕੁਝ ਵੀ ਮੂੰਹ 'ਚ ਪਾ ਲਵੇ ਉਹਨੂੰ ਸਵਾਦ ਨਹੀਂ ਆਉਂਦਾ। ਰੱਜੇ ਨੂੰ ਜੋ ਮਰਜ਼ੀ ਕੀਮਤੀ ਪਦਾਰਥ ਦੇ ਦਿਓ, ਜੇ ਕੋਈ ਭੁੱਖਾ ਹੈ ਭੁੱਖੇ ਨੂੰ ਭਾਵੇਂ ਸੁੱਕੇ ਪ੍ਰਸਾਦੇ ਦੇ ਦਿਓ, ਉਹ ਵੀ ਉਹਨੂੰ ਰਸ ਭਰੇ ਅੰਮ੍ਰਿਤ ਸਰੀਖੇ ਲੱਗਣਗੇ। ਜਿੰਨਾ ਚਿਰ ਵਿਸ਼ੇ ਵਿਕਾਰਿਆਂ ਦੇ ਨਾਲ ਅੰਦਰੋਂ ਅਸੀਂ ਗਲਤਾਨ ਹੈ, ਵਿਸ਼ਿਆਂ ਦੇ ਰਸ ਵਿੱਚ ਗ੍ਰਸਤ ਹਾਂ, ਉਹਨਾਂ ਚਿਰ ਸਾਨੂੰ ਨਾਮ ਨਹੀਂ ਮਿੱਠਾ ਲੱਗਦਾ, ਉਹਨਾਂ ਚਿਰ ਨਾਮ ਦਾ ਰਸ ਨਹੀਂ ਆਉਂਦਾ, ਨਾਮ ਚੰਗਾ ਨਹੀਂ ਲੱਗਦਾ। ਜੇ ਅਸੀਂ ਸਤਿਗੁਰੂ ਅੱਗੇ ਅਰਦਾਸਾਂ ਕਰੀਏ, ਸਤਿਗੁਰੂ ਕਿਰਪਾ ਕਰੋ ਸਾਨੂੰ ਨਾਮ ਦੀ ਭੁੱਖ ਬਖਸ਼ੋ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖਾ ਖਾਏ ਚੱਲੀਏ ਹੈ ਦੁੱਖ। ਜਿਸ ਨੂੰ ਨਾਮ ਦੀ ਭੁੱਖ ਸਤਿਗੁਰੂ ਨੇ ਬਖਸ਼ ਦਿੱਤੀ, ਨਾਮ ਛਕ ਕੇ ਨਾਮ ਜਪਦਿਆਂ ਜਪਦਿਆਂ ਉਹਦੇ ਸਾਰੇ ਦੁੱਖ ਮਿਟ ਜਾਂਦੇ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਤਾਂ ਜਪਿਆ ਨਾਮ ਰਮਾਣਾ। ਅੰਮ੍ਰਿਤਸਰ ਦੇ ਇਲਾਕੇ ਦੀ ਬੋਲੀ ਆ ਰਮਾਣਾ ਸ਼ਬਦ ਆਮ ਵਰਤਦੇ ਆ ਗੁਰਮੁਖ ਵੀਰ, ਭਾਵ ਆਮ ਸੁਣਦੇ ਆ ਆਪਾਂ, ਭਾਈ ਰਮਾਨ ਨਾਲ ਬੈਠ ਜਾ, ਭਾਵ ਟਿਕ ਕੇ ਬੈਠ ਜਾ। ਰਮਾਣਾ ਦਾ ਅਰਥ ਰਮਿਆ ਹੋਇਆ ਵਾਹਿਗੁਰੂ। ਰਮਾਣਾ ਦਾ ਦੂਸਰਾ ਅਰਥ ਇਹ ਵੀ ਵਿਦਵਾਨ ਕਰਦੇ ਆ ਵੀ ਜੇ ਮਨ ਵਿੱਚ ਟੇਕ ਨਾ ਹੋਵੇ, ਟਿਕਾ ਨਾ ਹੋਵੇ, ਸ਼ਾਂਤੀ ਨਾ ਹੋਵੇ, ਫਿਰ ਉਹ ਨਾਮ ਜਪ ਕੇ ਰਮਾਣਾ ਭਾਵ ਟਿਕ ਜਾਂਦਾ, ਸ਼ਾਂਤ ਹੋ ਜਾਂਦਾ ਹੈ। ਤਾਂ ਜਪਿਆ ਨਾਮ ਰਮਾਣਾ, ਰਮੇ ਹੋਏ ਵਿਆਪਕ ਵਾਹਿਗੁਰੂ ਦਾ ਨਾਮ। ਜੇ ਗੁਰੂ ਨੂੰ ਸਿੱਖ ਦਾ ਜੀਵਨ ਭਾ ਗਿਆ, ਗੁਰੂ ਦਾ ਮਨ ਮੰਨ ਗਿਆ, ਤਾਂ ਗੁਰੂ ਨਾਮ ਬਖਸ਼ ਦਿੰਦਾ, ਫੇਰ ਸਿੱਖ ਨਾਮ ਜਪਦਾ ਹੈ। ਨਹੀਂ ਤਾਂ ਵੇਖੋ ਸੰਸਾਰ ਦੇ ਵਿੱਚ ਕਿੰਨੀ ਕੁ ਗਿਣਤੀ ਦੇ ਲੋਕ ਨਾਮ ਜਪਦੇ ਆ। ਨਾਮ ਕੋਈ ਵੀ ਹੋਵੇ, ਕੀਰਤਮ ਨਾਮ ਕਥੇ ਤੇਰੇ ਜਿਹਬਾ, ਸਤ ਨਾਮ ਤੇਰਾ ਪਰਾਪੂਰ ਬਲਾ। ਆਪਣੇ ਆਪਣੇ ਧਰਮ ਅਨੁਸਾਰ ਸਤਿਗੁਰੂ ਜੀ ਨੇ ਸਾਰਿਆਂ ਨੂੰ ਹੁਕਮ ਕੀਤਾ, ਭਾਈ ਆਪਣੇ ਧਰਮ 'ਚ ਪੱਕੇ ਰਹੋ, ਆਪਣੇ ਧਰਮ ਦਾ ਨਾਮ ਜਪੋ। ਨਾਮ ਜਪਣ ਤੇ ਸਤਿਗੁਰੂ ਨੇ ਜ਼ੋਰ ਦਿੱਤਾ ਹੈ। ਵਿਦਵਾਨਾਂ ਦਾ ਕਥਨ, ਨਾਮ ਜਪਣ ਕੋ ਜਿਹਬਾ ਦੀਨੀ, ਹਰ ਦਰਸ਼ਨ ਕੋ ਅੱਖੀ, ਇੱਕ ਇੱਕ ਸਵਾਸ ਅਮੋਲਕ ਜਾਂਦਾ, ਹੱਥ ਨਾ ਆਵੇ ਲੱਖੀ। 24,000 ਸਵਾਸ ਬੰਦੇ ਦਾ ਆਮਦਨ ਮੂਲ ਨਾ ਥੀਵੇ, ਜਿਸ ਬੰਦੇ ਕੋ ਇਤਨਾ ਘਾਟਾ ਸੋ ਬੰਦਾ ਕਿਉਂ ਜੀਵੇ। ਪਰ ਮਨੁੱਖ ਦੇ ਧਿਆਨ ਵਿੱਚ ਹੀ ਨਹੀਂ ਵੀ ਮੇਰੀ ਉਮਰ ਕਿੰਨੀ ਬਤੀਤ ਹੋਊਗੀ, ਕਿੰਨਾ ਕੁ ਮੈਂ ਨਾਮ ਜਪਿਆ। ਨਾਮ ਜਪਣਾ ਬੜਾ ਔਖਾ ਹੈ, ਆਖਣੇ ਔਖਾ ਸਾਚਾ ਨਾਮ। ਇੱਕ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਕਾਂਸੀ ਦੇ ਕੁਝ ਵਿਦਵਾਨ ਲੋਕ ਆਏ। ਪੰਡਤ ਤਾਰਾ ਸਿੰਘ ਜੀ ਨਰੋਤਮ ਨੇ ਜ਼ਿਕਰ ਕੀਤਾ ਕਿ ਕਲਗੀਧਰ ਜੀ ਨੂੰ ਵਿਦਵਾਨ ਲੋਕ ਆ ਕੇ ਕਹਿਣ ਲੱਗੇ, ਮਹਾਰਾਜ ਤੁਸੀਂ ਸਾਰਾ ਕੁਝ ਆਪਣੇ ਸਿੰਘਾਂ ਨੂੰ ਦੇ ਦਿੱਤਾ, ਸਾਡੀ ਪੂਜਾ ਪ੍ਰਤਿਸ਼ਠਾ ਬਹੁਤ ਘਟ ਗਈ ਹੈ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਭਾਈ ਜੋ ਕੁਝ ਸਾਡੇ ਸਿੱਖ ਕਰਦੇ ਆ ਤੁਸੀਂ ਕਰ ਲਓ, ਤੁਹਾਡੀ ਪੂਜਾ ਹੋਣ ਲੱਗ ਜੂ। ਕਹਿੰਦੇ ਮਹਾਰਾਜ ਦੱਸੋ ਕੀ ਕਰੀਏ। ਮਹਾਰਾਜ ਕਹਿੰਦੇ ਇਉਂ ਕਰੋ, ਸਾਡੇ ਕੋਲ ਬੈਠ ਕੇ ਨਾਮ ਜਪੋ, ਚੌਂਕੜਾ ਮਾਰੋ, ਨਾਮ ਜਪੋ, ਬੰਦਗੀ ਕਰੋ, ਤੁਹਾਨੂੰ ਵਸਤਰ ਵੀ ਮਿਲਣਗੇ, ਰੇਸ਼ਮੀ ਕੀਮਤੀ ਵਸਤਰ ਵੀ ਦੇਵਾਂਗੇ, ਕੀਮਤੀ ਪਦਾਰਥ ਭੋਜਨ ਵੀ ਛਕਣ ਨੂੰ ਦੇਵਾਂਗੇ, ਤੇ ਨਾਲ ਮਹਾਰਾਜ ਕਹਿੰਦੇ ਤੁਹਾਨੂੰ ਫਿਰ ਮਾਇਆ ਦੇ ਵੀ ਭੇਟਾ ਦੇਵਾਂਗੇ। ਕਹਿੰਦੇ ਮਹਾਰਾਜ ਇਹ ਕੀ ਔਖਾ ਹੈ।
ਅਸੀਂ ਨਾਮ ਜਪ ਲੈਨੇ ਆ। ਭਾਈ ਆਲਮ ਸਿੰਘ ਦੀ ਡਿਊਟੀ ਲਾਤੀ। ਮਹਾਰਾਜ ਕਹਿੰਦੇ ਆਲਮ ਸਿੰਘ ਇਹਨਾਂ ਤੇ ਪਹਿਰਾ ਦੇਣਾ ਹੈ, ਇਹਨਾਂ ਨੂੰ ਹਿੱਲਣ ਨਹੀਂ ਦੇਣਾ। ਕੁਝ ਕੁ ਸਮਾਂ ਨਾਮ ਜਪਣ ਲੱਗੇ। ਅਕਸਰ ਆਪਾਂ ਵੇਖਦੇ ਹਾਂ ਜਦੋਂ ਮਨੁੱਖ ਨਾਮ ਜਪਣ ਲੱਗਦਾ ਹੈ, ਕਦੇ ਖੁਰਕ ਲੜਨ ਲੱਗ ਜਾਂਦੀ ਹੈ, ਕਦੇ ਲੱਤਾਂ ਦੁਖਣ ਲੱਗ ਜਾਂਦੀਆਂ, ਕਦੇ ਲੱਕ ਦਰਦ ਕਰਨ ਲੱਗ ਜਾਂਦਾ ਹੈ, ਫਿਰ ਅਖੀਰ ਨੀਂਦ ਆਉਣ ਲੱਗ ਜਾਂਦੀ ਹੈ ਮਨੁੱਖ ਨੂੰ। ਬੜੇ ਔਖੇ ਹੋਏ। ਕੁਝ ਕੁ ਸਮੇਂ ਬਾਅਦ ਹੀ ਉੱਠਣ ਲੱਗੇ। ਭਾਈ ਆਲਮ ਸਿੰਘ ਉੱਠਣ ਨਾ ਦੇਵੇ, ਬੜੇ ਦੁਖੀ, ਖਿੱਝ ਗਏ। ਅਖੀਰ ਖਿੱਝ ਕੇ ਭੱਜ ਕੇ ਨਿਕਲੇ ਤੰਬੂ ਚੋਂ ਬਾਹਰ। ਕਲੰਗੀਆਂ ਵਾਲੇ ਪਾਤਸ਼ਾਹ ਕੋਲ ਕਹਿਣ ਲੱਗੇ, ਇਹ ਗਿੱਲਾ ਪੀੜ ਨਹੀਂ ਸਾਥੋਂ ਪੀਆ ਜਾਂਦਾ, ਇਹ ਕੰਮ ਨਹੀਂ ਅਸੀਂ ਕਰ ਸਕਦੇ ਨਾਮ ਜਪਣ ਵਾਲਾ। ਮਹਾਰਾਜ ਕਹਿੰਦੇ ਭਾਈ ਕਲਯੁਗ ਦੇ ਵਿੱਚ ਨਾਮ ਦੀ ਵਡਿਆਈ ਆ। ਸਾਡੇ ਸਿੰਘ ਨਾਮ ਜਪਦੇ ਆ, ਸਵਾ ਸਵਾ ਪਹਿਰ ਰਾਤਰੀ ਰਹਿੰਦਿਆਂ ਜਾਗਦੇ ਆ, ਨਾਮ ਸਿਮਰਨ ਕਰਦੇ ਆ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਖਾਲਸੇ ਨੂੰ ਵਡਿਆਈ ਦਿੱਤੀ ਹੈ। ਇਸ ਕਰਕੇ ਹੁਕਮ ਕੀਤਾ ਵੀ ਪੂਜਾ ਦਾਨ ਪੁੰਨ ਖਾਲਸੇ ਨੂੰ ਹੀ ਕਰਨਾ ਹੈ। ਜਿਹੜਾ ਖਾਲਸੇ ਨੂੰ ਦਾਨ ਪੁੰਨ ਕਰੂ ਉਹ ਦਰਗਾਹ ਵਿੱਚ ਪ੍ਰਵਾਨ ਹੋਊਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤਾਂ ਜਪਿਆ ਨਾਮ ਰਮਾਣਾ। ਰਮੇ ਹੋਏ ਵਿਆਪਕ ਵਾਹਿਗੁਰੂ ਦਾ ਜਦੋਂ ਗੁਰੂ ਨੇ ਕਿਰਪਾ ਕੀਤੀ ਤਾਂ ਸੇਵਕ ਨੇ ਨਾਮ ਜਪਿਆ। ਗੋਬਿੰਦ ਕਿਰਪਾ ਧਾਰੀ। ਜਿਹੜਾ ਇੰਦਰੀਆਂ ਦੀ ਰੱਖਿਆ ਕਰਨ ਵਾਲਾ, ਵੇਦਾਂ ਕਰਕੇ ਜਾਣਨੇ ਯੋਗ ਜੋ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਆ, ਜਦੋਂ ਕਿਰਪਾ ਧਾਰੀ ਸੇਵਕ ਤੇ ਕਿਰਪਾ ਕਰਦਾ, ਮਿਹਰ ਕਰਦਾ ਹੈ। ਪ੍ਰਭ ਰਾਖੀ ਪੈਜ ਹਮਾਰੀ। ਤਾਂ ਉਹ ਸੇਵਕ ਦੀ ਪੈਜ ਰੱਖਦਾ। ਲੋਕ ਅਤੇ ਪ੍ਰਲੋਕ ਦੋਵਾਂ ਲੋਕਾਂ ਦੇ ਵਿੱਚ ਦੋਵਾਂ ਥਾਮ ਰੱਖੇ ਗੁਰ ਸੂਰੇ, ਕਾਰਜ ਹੋਏ ਸਗਲੇ ਪੂਰੇ। ਦੋਵਾਂ ਲੋਕਾਂ ਦੇ ਵਿੱਚ ਸਿੱਖ ਦੀ ਪੈਜ ਰੱਖਦਾ, ਕਿਰਪਾ ਕਰਦਾ। ਮਹਾਰਾਜ ਦੀ ਜਦੋਂ ਬਾਣੀ ਭੱਟਾਂ ਦੇ ਸਵਈਏ ਪੜ੍ਹਦੇ ਆ, ਅਬ ਰੱਖੋ ਦਾਸ ਭਾਟ ਕੀ ਲਾਜ। ਮਹਾਰਾਜ ਮੇਰੀ ਦਾਸ ਭੱਟ ਦੀ ਲਾਜ ਰੱਖੋ, ਪੱਤ ਰੱਖੋ, ਇੱਜ਼ਤ ਢਕੋ। ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰਨਾਖਸ਼ ਫਾਰੇ ਕਰ ਆਜ। ਮਹਾਰਾਜ ਜਿਵੇਂ ਹਰਨਾਖਸ਼ ਦੇ ਮਹਿਲ ਦੇ ਵਿੱਚ 5 ਸਾਲ ਦੀ ਉਮਰ ਦੇ ਉਹਦੇ ਪੁੱਤਰ ਪ੍ਰਹਿਲਾਦ ਭਗਤ ਦੀ ਲਾਜ ਰੱਖੀ। ਜਦੋਂ ਮਿਹਣਾ ਮਾਰਿਆ ਸੀ ਹਰਨਾਖਸ਼ ਨੇ ਵੀ ਪ੍ਰਹਿਲਾਦ ਕਿੱਥੇ ਹੈ ਤੇਰਾ ਰੱਬ, ਪ੍ਰਹਿਲਾਦ ਜੀ ਕਹਿਣ ਲੱਗੇ ਪਿਤਾ ਉਹ ਸਾਰੇ ਥਾਵਾਂ ਤੇ ਹੈ। ਤਾਂ ਵਿਅੰਗ ਦੇ ਵਿੱਚ ਆ ਕੇ ਮਿਹਣਾ ਮਾਰਿਆ ਸੀ, ਕਹਿਣ ਲੱਗਿਆ ਥਮਲੇ ਵਿੱਚ ਹੈ ਤੇਰਾ ਰੱਬ। ਕਹਿਣ ਲੱਗੇ ਹਾਂ ਥਮਲੇ ਵਿੱਚ ਹੈ। ਗੁੱਸੇ ਵਿੱਚ ਆ ਕੇ ਇਹ ਨਹੀਂ ਵੇਖਿਆ ਮੇਰਾ ਪੁੱਤਰ ਹੈ, ਥਮਲੇ ਨੂੰ ਹੀ ਅੱਗ ਨਾਲ ਲਾਲ ਕਰ ਦਿੱਤਾ, ਤਪਾ ਦਿੱਤਾ। ਕਹਿਣ ਲੱਗੇ ਜੇ ਇਹ ਥਮਲੇ ਵਿੱਚ ਤੇਰਾ ਰੱਬ ਹੈ ਤਾਂ ਥਮਲੇ ਨੂੰ ਗਲਵੱਕੜੀ ਚ ਲੈ ਲੈ, ਇਹਨੂੰ ਜੱਫੀ ਪਾ। ਭਗਤ ਜੀ ਨੇ ਇੱਕ ਛਿਨ ਵੀ ਸ਼ੰਕਾ ਨਹੀਂ ਕੀਤੀ। ਜਦੋਂ ਗਲਵੱਕੜੀ ਪਾਈ ਤੇ ਥਮਲਾ ਠੰਡਾ ਹੋ ਗਿਆ, ਫਿਰ ਖਿੱਚ ਕੇ ਕਹਿੰਦੇ ਮਿਆਨ ਵਿੱਚੋਂ ਤਲਵਾਰ ਕੱਢ ਕੇ ਆਪਣੇ ਪੁੱਤਰ ਭਗਤ ਪ੍ਰਹਿਲਾਦ ਦਾ ਕਤਲ ਕਰਨ ਲੱਗਿਆ ਹਰਨਾਕਸ਼। ਜਦੋਂ ਤਲਵਾਰ ਧੂ ਕੇ ਬਾਹਰ ਕਰਨ ਲੱਗਿਆ, ਗਰਦਨ ਦੇ ਪਹੁੰਚਣ ਤੋਂ ਪਹਿਲਾਂ ਹੀ ਥੰਮ ਦੇ ਵਿੱਚੋਂ ਪਰਮੇਸ਼ਰ ਨੇ ਨਰਸਿੰਘ ਰੂਪ ਧਾਰ ਕੇ ਹਰਨਾਕਸ਼ ਨੂੰ ਗੋਦ ਵਿੱਚ ਚੁੱਕ ਕੇ ਉਹਦੇ 12 ਦੀਆਂ ਜਿਹੜੀਆਂ ਸ਼ਰਤਾਂ ਸੀ ਉਹ ਪੂਰੀਆਂ ਕਰਕੇ ਪਰਮੇਸ਼ਰ ਵਾਹਿਗੁਰੂ ਨੇ ਉਹਨੂੰ ਪੇਟ ਤੋਂ ਗੁਰਸੰਗਤ ਜੀ ਪਾੜ ਦਿੱਤਾ। ਆਪਣੇ ਭਗਤ ਦੀ ਪੈਜ ਰੱਖੀ, ਲਾਜ ਰੱਖੀ। ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰਨਾਕਸ਼ ਫਾਰੇ ਕਰ ਆਜ। ਫੁਨ ਦ੍ਰੋਪਤੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਨਤ ਵਸਤਰ ਦੀਨ ਬਹੁ ਸਾਜ। ਦੁਸ਼ਾਸਨ ਦੀ ਦੁਰਯੋਧਨ ਦੀ ਸਭਾ ਦੇ ਵਿੱਚ ਦ੍ਰੋਪਤਾ ਨੂੰ ਨਗਨ ਨਹੀਂ ਹੋਣ ਦਿੱਤਾ, ਉਹਦੀ ਪੱਤ ਢੱਕੀ, ਲਾਜ ਰੱਖੀ। ਸੁਦਾਮਾ ਆਪਦਾ ਤੇ ਰਾਖਿਆ, ਗਨਕਾ ਪੜਤ ਪੂਰੇ ਤਿਹ ਕਾਜ। ਹੇ ਵਾਹਿਗੁਰੂ ਜਿਵੇਂ ਸੁਦਾਮੇ ਨੂੰ ਤੁਸੀਂ ਬਿਪਤਾ ਤੋਂ ਰੱਖਿਆ ਕੀਤੀ, ਪੱਤ ਢੱਕੀ, ਜਿਵੇਂ ਹੇ ਵਾਹਿਗੁਰੂ ਤੁਸੀਂ ਕਿਰਪਾ ਕਰਕੇ ਗਣਕਾ ਪਾਪਣ ਹੋਏ ਕਾ ਪਾਪਾਂ ਦਾ ਗਲਹਾਰ ਪਰੋਤਾ, ਏਡੀ ਵੱਡੀ ਪਾਪਣ ਵੇਸਵਾ ਗਣਕਾ ਨੂੰ ਤੋਤੇ ਨੂੰ ਨਾਮ ਜਪਾਉਣ ਪਿੱਛੇ ਹੀ ਉਹਨੂੰ ਮੁਕਤ ਕਰ ਦਿੱਤਾ। ਸ੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ, ਰਾਖੋ ਦਾਸ ਭਾਟ ਕੀ ਲਾਜ। ਹੇ ਵਾਹਿਗੁਰੂ ਜਿਵੇਂ ਉਹ ਭਗਤਾਂ ਦੀ ਲਾਜ ਰੱਖੀ, ਹੁਣ ਕਲਯੁਗ ਵਿੱਚ ਮੇਰੀ ਵੀ ਲਾਜ ਰੱਖੋ, ਮੇਰੇ ਤੇ ਵੀ ਕਿਰਪਾ ਕਰੋ। ਸਤਿਗੁਰੂ ਮਹਾਰਾਜ ਕਹਿੰਦੇ ਪ੍ਰਭ ਰਾਖੀ ਪੈਜ ਹਮਾਰੀ। ਜਦੋਂ ਅਸੀਂ ਉਹਦੀ ਸ਼ਰਨ ਵਿੱਚ ਪੈ ਗਏ, ਨਾਮ ਜਪਣ ਲੱਗ ਗਏ,
ਉਹ ਵਾਹਿਗੁਰੂ ਨੇ ਸਾਡੀ ਵੀ ਲੋਕ ਪ੍ਰਲੋਕ ਪੈਜ ਰੱਖੀ, ਪਤ ਰੱਖੀ। ਹਰ ਕੇ ਚਰਨ ਸਦਾ ਸੁਖ ਦਾਈ। ਉਹ ਵਾਹਿਗੁਰੂ ਦੇ ਚਰਨ ਸਦਾ ਸੁਖ ਦੇਣ ਵਾਲੇ ਆ। ਜਦੋਂ ਚਰਨਾਂ ਦੇ ਬਾਬਤ ਵਿਚਾਰ ਕਰਦੇ ਆ ਤਾਂ ਪ੍ਰਤੱਖ ਸਰਗੁਣ ਸਰੂਪ ਦੇ ਚਰਨਾਂ ਦਾ ਜ਼ਿਕਰ ਆਉਂਦਾ ਹੈ। ਜਦੋਂ ਸਰਗੁਣ ਸਰੂਪ 10 ਜਾਮੇ ਧਾਰੇ ਸਤਿਗੁਰੂ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਨਾਵੇਂ ਜਾਮੇ ਤੱਕ ਚਰਨਾ ਅੰਮ੍ਰਿਤ ਸਿੱਖਾਂ ਨੂੰ ਪਿਲਾਇਆ ਜਾਂਦਾ ਸੀ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਚਰਨ ਧੋਏ ਰਹਿਰਾਸ ਕਰ ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਜਿਹੜਾ ਵੀ ਸਿੱਖ ਆਉਂਦਾ ਹਜ਼ੂਰੀ 'ਚ ਸਤਿਗੁਰੂ ਦੇ ਚਰਨ ਧੋ ਕੇ ਉਹ ਚਰਨਾ ਅੰਮ੍ਰਿਤ ਸਿੱਖ ਨੂੰ ਪਿਲਾਇਆ ਜਾਂਦਾ। 10ਵੇਂ ਜਾਮੇ ਦੇ ਵਿੱਚ ਸਤਿਗੁਰੂ ਜੀ ਨੇ ਖੰਡੇ ਬਾਟੇ ਦੀ ਪਹੁਲ ਦੀ ਰੀਤੀ ਪਾਈ ਤੇ ਹਜ਼ੂਰ ਸਾਹਿਬ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ੀ ਮਹਾਰਾਜ ਨੇ, ਸਤਿਗੁਰੂ ਮਹਾਰਾਜ ਜੋਤੀ ਜੋਤ ਸਮਾਉਣ ਦੀਆਂ ਤਿਆਰੀਆਂ ਕਰਨ ਲੱਗੇ ਐ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਖਤ ਤੇ ਨੇ, ਸਤਿਗੁਰੂ ਥੱਲੇ ਬੈਠੇ ਐ। ਭਾਵਨਾ ਵਾਲੇ, ਪ੍ਰੇਮ ਵਾਲੇ, ਜਿਨ੍ਹਾਂ ਨੇ ਆਪਾ ਸਤਿਗੁਰੂ ਤੋਂ ਕੁਰਬਾਨ ਕੀਤਾ, ਉਹਨਾਂ ਦਾ ਕਿੰਨਾ ਪ੍ਰੇਮ ਹੋਵੇਗਾ ਕਲੰਗੀਆਂ ਵਾਲੇ ਪਿਤਾ ਨਾਲ। ਉਹ ਸਿੰਘ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਫਿਰ 10ਵੇਂ ਪਾਤਸ਼ਾਹ ਨੂੰ ਮੱਥਾ ਟੇਕਣਾ ਚਾਹੁੰਦੇ ਆ। ਜਦੋਂ ਸਿੱਖ ਸਤਿਗੁਰੂ ਜੀ ਦੇ ਚਰਨਾਂ ਤੇ ਸੀਸ ਰੱਖਦੇ ਆ ਤਾਂ ਕੀ ਵੇਖਦੇ ਆ? ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨ ਹੈ ਹੀ ਨਹੀਂ, ਅਲੋਪ ਹੋ ਜਾਂਦੇ ਆ। ਸਿੱਖ ਬੇਵਲ ਹੋ ਜਾਂਦੇ ਆ। ਜਿਹੜੇ ਸਿੱਖ ਰੋਜ਼ ਗੁਰੂ ਦੇ ਚਰਨਾਂ ਤੇ ਸੀਸ ਝੁਕਾਉਂਦੇ ਹੋਣ, ਚਰਨਾਂ ਦਾ ਧਿਆਨ ਧਰਦੇ ਹੋਣ, ਅੱਜ ਚਰਨਾਂ ਦੇ ਦਰਸ਼ਨ ਨਹੀਂ ਹੋ ਰਹੇ। ਪੁੱਛਿਆ ਮਹਾਰਾਜ ਇਹ ਕੀ ਕੌਤਕ? ਮਹਾਰਾਜ ਕਹਿਣ ਲੱਗੇ, ਭਾਈ ਸਾਡਾ ਇਹ ਸਦੀਵ ਕਾਲ ਸਰੂਪ ਨਹੀਂ ਹੈ। ਇਹ ਤਾਂ ਅਸੀਂ ਸੰਸਾਰ ਵਿੱਚ ਪਾਪਾਂ ਦਾ ਨਾਸ਼ ਕਰਨ ਦੇ ਲਈ, ਧਰਮ ਦਾ ਪ੍ਰਕਾਸ਼ ਕਰਨ ਲਈ ਸਰੀਰ ਧਾਰਿਆ। ਸਾਡਾ ਅਸਲ ਸਰੂਪ ਸ਼ਬਦ ਗੁਰੂ ਹੈ। ਮਹਾਰਾਜ ਕਹਿੰਦੇ, ਭਾਈ ਸਾਡੇ ਚਰਨ ਸਦੀਵ ਕਾਲ ਨਹੀਂ ਹਨ, ਹਮੇਸ਼ਾ ਰਹਿਣ ਵਾਲੇ ਸਤਿਗੁਰੂ। ਫਿਰ ਕਿਹੜੇ ਚਰਨ ਨੇ? ਮਹਾਰਾਜ ਕਹਿੰਦੇ, ਚਿੱਤ ਚਰਨ ਨਾਮ। ਇਹ ਨਾਮ ਹੀ ਪਰਮੇਸ਼ਰ ਵਾਹਿਗੁਰੂ ਦਾ ਹਿਰਦੇ 'ਚ ਵਸਾਉਣਾ, ਉਹਦੇ ਚਰਨਾਂ ਦਾ ਧਿਆਨ ਧਰਨਾ ਹੈ। ਮਹਾਰਾਜ ਨੇ ਮਰਜ਼ਾਦਾ ਬੰਨ੍ਹ ਦਿੱਤੀ, ਹਿਰਦਾ ਸ਼ਬਦ ਸਤਿਗੁਰ ਕੋ ਨਾਨਕ ਬੰਨ੍ਹਿਓ ਪਾਲ। ਇਹ ਮਰਜ਼ਾਦਾ ਦੇ ਦਿੱਤੀ। ਕਿਸੇ ਵੀ ਸਿੱਖ ਨੇ ਕਿਸੇ ਦੇਹ ਧਾਰੀ ਦੇ ਚਰਨਾਂ ਦਾ ਧਿਆਨ ਨਹੀਂ ਧਰਨਾ। ਅੱਜ ਤੋਂ ਬਾਅਦ ਨਾਮ ਦਾ ਧੁਨ ਮਹਿ ਧਿਆਨ ਮਹਿ ਜਾਣਿਆ, ਨਾਮ ਰੂਪੀ ਚਰਨਾਂ ਦਾ ਧਿਆਨ ਧਰਨਾ ਹੈ। ਸਤਿਗੁਰੂ ਮਹਾਰਾਜ ਕਹਿੰਦੇ, ਭਾਈ ਉਹ ਵਾਹਿਗੁਰੂ ਦੇ ਨਾਮ ਰੂਪੀ ਚਰਨ ਸਦਾ ਹੀ ਸੁੱਖ ਦੇਣ ਵਾਲੇ ਐ। ਜੋ ਇਸ਼ ਹੈ ਸੋਈ ਫਲ ਪਾਵਹਿ, ਬਿਰਥੀ ਆਸ ਨਾ ਜਾਈ। ਜੋ ਵੀ ਸਿੱਖ ਸਤਿਗੁਰੂ ਅੱਗੇ ਇੱਛਾ ਲੈ ਕੇ ਆਉਂਦਾ, ਸਤਿਗੁਰੂ ਉਹਦੀ ਆਸ ਬਿਰਥੀ ਨਹੀਂ ਜਾਣ ਦਿੰਦੇ। ਸਿੱਖ ਦੀ ਹਰ ਆਸਾ ਇੱਛਾ ਸਤਿਗੁਰੂ ਪੂਰੀ ਕਰਦੇ ਆ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਤੇ ਨਾ। ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨ। ਬਚਨ ਪੜ੍ਹਦੇ ਆ ਨਾ ਆਪਾਂ ਦੱਖਣੇ ਦੀ ਵਾਰ 'ਚ, ਪੰਚਮ ਪਾਤਸ਼ਾਹ ਦਾ ਬਚਨ ਹੈ, ਜਾ ਤੂੰ ਮੇਰਾ ਵੱਲ ਹੈ ਤਾ ਕਿਆ ਮੋਸ਼ੰਦਾ, ਤੁਧ ਸਭ ਕਿਸ ਮੈਨੂੰ ਸੌਂਪਿਆ, ਜਾ ਤੇਰਾ ਬੰਦਾ। ਲਖਮੀ ਟੋਟ ਨਾ ਆਵੇ ਖਾਏ ਖਰਚ ਰਹੰਦਾ, 184 ਮੇਦ ਨਹੀਂ ਸਭ ਸੇਵ ਕਰਨ ਦਾ। ਉਹ ਤਾਂ ਐਸੀ ਕਿਰਪਾ ਹੋ ਜਾਂਦੀ ਹੈ, ਬਾਦਸ਼ਾਹ ਸਾਹ ਸਭ ਬਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ। ਸੇਵਕ ਦੀਆਂ ਸਾਰੀਆਂ ਇੱਛਾ ਪੂਰੀਆਂ ਹੁੰਦੀਆਂ। ਰਹਾਉ ਵਿਸਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ, ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ। ਪ੍ਰਾਣਾ ਦਾ ਪਤੀ ਮਾਲਕ ਪਰਮੇਸ਼ਰ ਜਿਸ ਤੇ ਵੀ ਕਿਰਪਾ ਕਰਦਾ ਹੈ, ਸੋਈ ਸੰਤ ਗੁਣ ਗਾਵੇ। ਉਹੀ ਫਿਰ ਜਿਹੜਾ ਵਾਹਿਗੁਰੂ ਨੂੰ ਭਾ ਜਾਵੇ ਜੀ ਤੇ ਵਾਹਿਗੁਰੂ ਕਿਰਪਾ ਕਰਦਾ ਹੈ, ਉਹੀ ਗੁਣ ਗਾਉਂਦਾ ਹੈ। ਉਹੀ ਸਵਾਸ ਸਵਾਸ ਨਾਮ ਜਪ ਕੇ ਸੰਤ ਪਦ ਪਾ ਲੈਂਦਾ ਹੈ। ਪ੍ਰੇਮ ਭਗਤ ਤਾਕਾ ਮਨ ਲੀਣਾ। ਉਦੋਂ ਹੀ ਮਨ ਪ੍ਰੇਮਾ ਭਗਤੀ ਦੇ ਵਿੱਚ ਲੀਨ ਹੁੰਦਾ ਹੈ। ਪ੍ਰੇਮਾ ਭਗਤੀ 9 ਭਗਤੀ ਦੇ ਵਿੱਚੋਂ ਸ੍ਰੇਸ਼ਟ ਮੰਨੀ ਆ। ਜਿਹੜੇ 9 ਪ੍ਰਕਾਰ ਦੀ ਭਗਤੀ ਦਾ ਜ਼ਿਕਰ ਆਉਂਦਾ ਨਾ, ਉਹਦੇ ਵਿੱਚੋਂ ਸਭ ਤੋਂ ਉੱਪਰ ਪ੍ਰੇਮਾ ਭਗਤੀ ਹੈ। ਸਿਖਰ ਦੀ ਅਵਸਥਾ ਕਹੀ ਹੈ ਪ੍ਰੇਮਾ ਭਗਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਜਿਹੜਾ ਗੁਰੂ ਨੂੰ ਭਾ ਗਿਆ ਸਿੱਖ ਜੀ ਤੇ ਗੁਰੂ ਦੀ ਪੂਰਨ ਕਿਰਪਾ ਹੈ, ਉਹੀ ਪ੍ਰੇਮਾ ਭਗਤੀ ਕਰਦਾ ਹੈ। ਪਾਰ
ਬ੍ਰਹਮ ਮਨ ਭਾਵੈ। ਜਿਹੜਾ ਪਰਮੇਸ਼ਰ ਵਾਹਿਗੁਰੂ ਪਾਪਾ ਪੁੰਨਾ ਤੋਂ ਪਰੇ ਬ੍ਰਹਮ ਸਰੂਪ ਪਰਮੇਸ਼ਰ ਹੈ, ਵਾਹਿਗੁਰੂ ਦੇ ਮਨ ਨੂੰ ਜਿਹੜਾ ਸੇਵਕ ਭਾਉਂਦਾ ਹੈ। ਆਠ ਪਹਿਰ ਹਰ ਕਾ ਜਸ ਰਵਣਾ। ਉਹੋ ਹੀ ਸੇਵਕ ਅੱਠੇ ਪੈਰ ਵਾਹਿਗੁਰੂ ਦਾ ਜਸ ਕਰਦਾ, ਸਿਮਰਨ ਕਰਦਾ, ਸਵਾਸ ਸਵਾਸ ਸਿਮਰਨ ਕਰਦਾ ਹੈ। ਬਿਖੈ ਠਗੌਰੀ ਲਾਥੀ। ਗੁਰੂ ਦੀ ਕਿਰਪਾ ਨਾਲ ਵਿਖੈ ਠਗੌਰੀ ਵਿਸ਼ੇ ਵਿਕਾਰਾਂ ਦੀ ਜਿਹੜੀ ਠੱਗ ਬੂਟੀ ਲੱਗੀ ਹੋਈ ਸੀ ਉਹ ਸਾਰੇ ਲੱਥ ਗਈ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹਉਮੈ ਵਿਖ ਫੈਲ। ਅੰਦਰ ਜਿਹੜੇ ਪੰਜੇ ਵਿਕਾਰਾਂ ਦੀ ਠੱਗ ਬੂਟੀ ਲੱਗੀ ਸੀ, ਜਿਸ ਕਰਕੇ ਨਾਮ ਨਹੀਂ ਸੀ ਚੰਗਾ ਲੱਗਦਾ। ਵਿਕਾਰਾਂ ਦੇ ਵਿੱਚ, ਵਿਸ਼ਿਆਂ ਦੇ ਵਿੱਚ, ਕਦੇ ਰੂਪ ਵੇਖਣ ਵਿੱਚ, ਕਦੇ ਗੰਧਨ ਵੈਣ ਸੁਣਨ ਵਿੱਚ, ਕਦੇ ਪਦਾਰਥਾਂ ਨੂੰ ਭੋਗਣ ਵਿੱਚ, ਕਦੇ ਪਹਿਨਣ 'ਚ, ਕਦੇ ਖਾਣ 'ਚ ਸਾਰਾ ਜੀਵਨ ਬਤੀਤ ਕਰ ਰਿਹਾ ਸੀ, ਨਾਮ ਨਹੀਂ ਸੀ ਜਪਦਾ। ਹੁਣ ਜਦੋਂ ਗੁਰੂ ਨੂੰ ਭਾ ਗਿਆ, ਗੁਰੂ ਨੇ ਕਿਰਪਾ ਕਰ ਦਿੱਤੀ, ਇਹ ਵਿਸ਼ੇ ਵਿਕਾਰਾਂ ਦੀ ਠੱਗ ਬੂਟੀ ਜਿਹੜੀ ਸੀ, ਜਿਸ ਕਰਕੇ ਵਿਸ਼ੇ ਵਿਕਾਰਾਂ ਦਾ ਨਸ਼ਾ ਹੋਇਆ ਹੋਇਆ ਸੀ, ਉਹ ਲੱਥ ਗਿਆ। ਗੁਰੂ ਦੀ ਕਿਰਪਾ ਨਾਲ ਪ੍ਰੇਮਾ ਭਗਤੀ ਕਰਦਿਆਂ ਅੱਠੇ ਪੈਰ ਸਿਮਰਨ ਕਰਦਾ ਹੈ। ਸੰਗ ਮਿਲਾਏ ਲਿਆ ਮੇਰਾ ਕਰਤਾ। ਕਰਤੇ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ ਉਸ ਸੇਵਕ ਨੂੰ, ਸੇਵਕ ਦੇ ਮਨ ਨੂੰ ਆਪਣੇ ਵਿੱਚ ਮੇਲ ਲਿਆ। ਸੰਤ ਸਾਧ ਭਏ ਸਾਥੀ। ਫਿਰ ਜਿਹੜੇ ਨਾਮ ਜਪਣ ਵਾਲੇ, ਸਾਸ ਗਰਾਸ ਜਪਣ ਵਾਲੇ ਸੰਤ ਨੇ, ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਸਾਧਨਾ ਕਰਨ ਵਾਲੇ ਸਾਧ ਲੋਕ ਨੇ, ਉਹ ਸਾਰੇ ਫਿਰ ਸਾਥੀ ਹੋ ਜਾਂਦੇ ਆ, ਉਹਨਾਂ ਦੀ ਸੰਗਤ ਮਿਲ ਜਾਂਦੀ ਹੈ। ਕਰ ਗਹਿ ਲੀਨੇ ਸਰਬਸ ਦੀਨੇ। ਵਾਹਿਗੁਰੂ ਨੇ ਕਿਰਪਾ ਕਰਕੇ ਕਰ ਗਹਿ ਲੀਨੇ, ਆਪਣੇ ਸ਼ਬਦ ਰੂਪੀ ਹੱਥ ਫੜਾ ਕੇ ਸੇਵਕ ਦਾ ਸੰਕਲਪਾਂ ਵਿਕਲਪਾਂ ਫੁਰਨਿਆਂ ਰੂਪੀ ਹੱਥ ਫੜ ਲਿਆ। ਸੇਵਕ ਨੂੰ ਆਪਣਾ ਸ਼ਬਦ ਰੂਪੀ ਪੱਲਾ ਫੜਾ ਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਰਵਸ ਦੀਨੇ। ਇਹ ਪਾਠ ਸਰਵਸ ਦੀਨੇ ਹੀ ਕਰਨਾ ਹੈ, ਸਰਬ ਸੋ ਨਹੀਂ ਕਰਨਾ। ਸਰਵਸ ਦਾ ਭਾਵ ਸਰਵੰਸ, ਸਭ ਕੁਝ ਵਾਹਿਗੁਰੂ ਫਿਰ ਸੇਵਕ ਨੂੰ ਦੇ ਦਿੰਦਾ ਹੈ। ਆਪੇ ਆਪ ਮਿਲਾਇਆ। ਫਿਰ ਆਪਣੇ ਸਰੂਪ ਵਿੱਚ ਉਹ ਵਾਹਿਗੁਰੂ ਕਿਰਪਾ ਕਰਕੇ ਮਿਲਾ ਲੈਂਦਾ ਹੈ, ਆਪਣੀ ਅਭੇਦਤਾ ਬਖਸ਼ ਦਿੰਦਾ ਹੈ। ਕਹੋ ਨਾਨਕ ਸਰਬ ਥੋਕ ਪੂਰਨ, ਪੂਰਾ ਸਤਿਗੁਰ ਪਾਇਆ। ਫਿਰ ਉਹ ਸੇਵਕ ਨੂੰ ਸਰਬ ਥੋਕ ਪੂਰਨ, ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਪੂਰਾ ਸਤਿਗੁਰ ਪਾਇਆ। ਕਦੋਂ ਹੁੰਦੀ ਹੈ ਪ੍ਰਾਪਤੀ? ਜਦੋਂ ਪੂਰਾ ਸਤਿਗੁਰੂ ਮਿਲ ਜਾਵੇ। ਲੋੜ ਹੈ ਅਧੂਰਿਆਂ ਨੂੰ ਛੱਡ ਕੇ ਪੂਰੇ ਦੀ ਸ਼ਰਨ 'ਚ ਪਈਏ। ਜੇ ਕੋਈ ਭਾਈ ਅਧੂਰਿਆਂ ਦੇ ਵੱਲ ਜਾਂਦਾ ਹੈ ਤਾਂ ਪੂਰੇ ਸਤਿਗੁਰੂ ਦੇ ਲੜ ਲੱਗੀਏ। ਇਹ ਸਤਿਗੁਰੂ ਜੀ ਨੇ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਸੀ, ਵਿਚਾਰ ਸਾਂਝੀ ਹੋਈ ਹੈ। ਆਓ ਜੋ ਲੜੀਵਾਰ ਸ਼ਬਦ ਸਤਿਗੁਰੂ ਜੀ ਦਾ ਬਿਲਾਵਲ ਰਾਗ 'ਚ ਚੱਲ ਰਿਹਾ ਹੈ, ਪਾਵਨ ਅੰਗ 856 ਦੇ ਉੱਪਰ ਸਤਿਗੁਰੂ ਬਖਸ਼ਿਸ਼ ਕਰਦੇ ਆ, ਸਰਵਣ ਕਰੀਏ। ਬਿਲਾਵਲ ਕੋ ਹਰ ਸਮਾਨ ਨਹੀਂ ਰਾਜਾ। ਜਿਸ ਵੇਲੇ ਕਾਂਸੀ ਦੇ ਵਿੱਚ ਲੋਧੀਆਂ ਦੇ ਬਾਦਸ਼ਾਹ ਨੇ ਭਗਤ ਕਬੀਰ ਸਾਹਿਬ ਜੀ ਦੇ ਬਾਬਤ ਸ਼ਿਕਾਇਤਾਂ ਸੁਣੀਆਂ ਤਾਂ ਭਗਤ ਜੀ ਨੂੰ ਕੋਲ ਬੁਲਾਇਆ, ਭਗਤ ਜੀ ਨੂੰ ਸਮਝਾਇਆ ਵੀ ਤੂੰ ਜਾਂ ਹਿੰਦੂ ਧਰਮ ਦੇ ਵਿੱਚ ਹੋ ਜਾ ਜਾਂ ਮੁਸਲਮਾਨ ਧਰਮ ਵਿੱਚ ਹੋ ਜਾ। ਜਦੋਂ ਭਗਤ ਜੀ ਨੇ ਨਾ ਗੱਲ ਮੰਨੀ ਤਾਂ ਉਸ ਵੇਲੇ ਕਹਿੰਦੇ ਫਿਰ ਭਗਤ ਕਬੀਰ ਜੀ ਨੂੰ ਹਾਥੀ ਦੇ ਮੂਹਰੇ ਸੁੱਟਿਆ। ਗੰਗਾ ਦੇ ਵਿੱਚ ਵੀ ਕਹਿੰਦੇ ਜੰਜੀਰ ਬੰਨ੍ਹ ਕੇ ਸੁੱਟਿਆ ਗਿਆ। ਭਗਤ ਜੀ ਦਾ ਸ਼ਬਦ ਆਉਂਦਾ ਨਾ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ। ਭਗਤ ਕਬੀਰ ਜੀ ਤੇ ਕਿਰਪਾ ਹੋਈ, ਗੰਗਾ ਦੀ ਲਹਿਰ 'ਚੋਂ ਵੀ ਬਚ ਗਈ। ਇਤਿਹਾਸ ਵਿੱਚ ਜ਼ਿਕਰ ਆਉਂਦਾ, ਕਹਿੰਦੇ ਉਸ ਵੇਲੇ ਜਦੋਂ ਬਾਦਸ਼ਾਹ ਨੇ ਵੇਖਿਆ ਵੀ ਭਗਤ ਜੀ ਨੂੰ ਮਾਰਿਆ ਨਹੀਂ ਜਾ ਸਕਿਆ ਤਾਂ ਭਗਤ ਜੀ ਦੇ ਚਰਨ ਪਕੜ ਲਏ, ਬੇਨਤੀ ਕਰਨ ਲੱਗਿਆ ਜੀ ਕੋਈ ਸਿੱਖਿਆ ਬਖਸ਼ੋ। ਤਾਂ ਭਗਤ ਜੀ ਕਹਿੰਦੇ ਕਉ ਹਰ ਸਮਾਨ ਨਹੀਂ ਰਾਜਾ। ਐ ਬਾਦਸ਼ਾਹ, ਉਹ ਵਾਹਿਗੁਰੂ ਜੈਸਾ ਕੋਈ ਰਾਜਾ ਨਹੀਂ ਹੈ। ਰਾਜਾਨ ਰਾਜ ਭਾਨਾਨ ਭਾਨ, ਉਹ ਰਾਜਿਆਂ ਨੂੰ ਵੀ ਰਾਜ ਬਖਸ਼ਣ ਵਾਲਾ। ਸੋ ਪਾਤਸ਼ਾਹੋ ਸਾਹਾਂ ਪਾਤਸ਼ਾਹਿਬ, ਉਹ ਪਰਮੇਸ਼ਰ ਤਾਂ ਐਸਾ। ਮਹਾਰਾਜ ਕਹਿੰਦੇ ਵੱਡੇ ਵੱਡੇ ਜਿਹੜੇ ਬਾਦਸ਼ਾਹ ਹੋਏ, ਲੰਕਾ ਦਾ ਪਤੀ ਰਾਵਣ ਵਰਗੇ ਹੋਏ, ਅੱਜ ਉਹਨਾਂ ਦੀ ਲੰਕਾ ਦੇ ਨਾਂ ਥੇ ਵੀ ਨਹੀਂ, ਨਿਸ਼ਾਨੀਆਂ ਵੀ ਹੈ ਨਹੀਂ। ਜਿਨ੍ਹਾਂ ਦੇ ਐਸੇ ਐਸੇ ਸੋਨੇ ਦੇ ਮਹਿਲ ਸੀ, 1 ਲੱਖ ਪੂਤ 1.25 ਲੱਖ ਨਾਤੀ ਦਾ ਜ਼ਿਕਰ ਆਉਂਦਾ ਹੈ, ਅੱਜ ਉਹਦੇ ਕੁਲ ਦਾ ਕੋਈ ਦੀਵਾ ਜਗਾਉਣ ਵਾਲਾ ਵੀ ਹੈ ਨਹੀਂ।
ਮਹਾਰਾਜ ਨੇ ਸਵਈਆਂ ਦੇ ਵਿੱਚ ਜ਼ਿਕਰ ਕੀਤਾ, ਮਾਤੇ ਮਤੰਗ ਜਰੇ ਜਰ ਸੰਗ ਅਨੂਪ ਅਤੰਗ ਸੁਰੰਗ ਸਵਾਰੇ, ਕੋਟ ਤਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਨ ਕੋ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਪ ਭਲੀ ਵਿਦ, ਨਿਆਵਤ ਸੀਸ ਨ ਜਾਤ ਵਿਚਾਰੇ, ਏਤੇ ਭਏ ਤੋ ਕਹਾਂ ਭੈ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਅੰਤ ਨੂੰ ਨੰਗੇ ਪੈਰੀ ਜਾਣਾ, ਖਾਲੀ ਹੱਥ ਜਾਣਾ। ਵੱਡੇ ਵੱਡੇ ਬਾਦਸ਼ਾਹ ਹੋਏ, ਦੁਰਯੋਧਨ ਵਰਗੇ 12 ਜੋਜਨ ਛਤਰ ਝੁਲੈ ਥਾ, ਦੇਹੀ ਗਿਰਜ ਨ ਖਾਈ। ਜੋਜਨ 4 ਕੋਹ ਦਾ ਮੰਨਿਆ। ਜਿਸ ਵੇਲੇ ਆਪਣੇ ਗੁਰੂ ਨੂੰ ਮਿਲਣ ਦੇ ਲਈ ਜੰਗ ਭੂਮੀ ਦੇ ਵਿੱਚ ਦੁਰਯੋਧਨ ਜਾਂਦਾ ਹੈ ਤਾਂ 12 ਕੋਹ ਭਾਵ 48 ਮੀਲ ਜਿਹੜੇ ਰਾਜੇ ਦੁਰਯੋਧਨ ਨੇ ਜਿੱਤੇ ਹੋਏ ਸੀ ਉਹ ਕਤਾਰ ਬੰਨ੍ਹ ਕੇ ਛਤਰੀਆਂ ਲੈ ਕੇ ਖਲੋ ਗਏ ਸੀ ਛਾਂ ਕਰਨ ਲਈ। 12 ਜੋਜਨ ਛਤਰ ਝੁਲੈ ਥਾ। ਏਡਾ ਵੱਡਾ ਛਤਰਪਤੀ ਬਾਦਸ਼ਾਹ ਸੀ ਦੁਰਯੋਧਨ, ਪਰ ਅਖੀਰ ਦੇਹੀ ਗਿਰਜ ਨਾ ਖਾਈ, ਦੇਹ ਨੂੰ ਗਿਰਜਾਂ ਨੇ ਵੀ ਨਹੀਂ ਖਾਧਾ, ਖਾਲੀ ਹੱਥ ਗਿਆ, ਨੰਗੇ ਪੈਰ ਗਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹੋ ਹੀ ਸਿੱਖਿਆ ਦਿੰਦੇ ਆ ਭਗਤ ਜੀ ਦੁਆਰਾ। ਭਗਤ ਕਬੀਰ ਜੀ ਕਹਿੰਦੇ, ਰਾਜਨ ਉਹ ਵਾਹਿਗੁਰੂ ਜੈਸਾ ਕੋਈ ਰਾਜਾ ਨਹੀਂ। ਏ ਭੂਪਤ ਸਭ ਦਿਵਸ ਚਾਰ ਕੇ, ਝੂਠੇ ਕਰਤ ਦਿਵਾਜਾ। ਬਾਦਸ਼ਾਹ ਕਹਿਣ ਲੱਗਿਆ, ਭਗਤ ਜੀ ਫਿਰ ਜਿਹੜੇ ਸੰਸਾਰ ਦੇ ਮੇਰੇ ਵਰਗੇ ਰਾਜੇ ਨੇ, ਕਹਿੰਦੇ ਇਹ ਭੂਪਤ ਸਭ ਦਿਵਸ ਚਾਰ ਕੇ, ਇਹ ਤਾਂ 4 ਦਿਹਾੜਿਆਂ ਦੇ ਰਾਜੇ ਨੇ। ਝੂਠੇ ਕਰਤ ਦਿਵਾਜਾ, ਝੂਠੇ ਦਮ ਗਜੇ ਮਾਰਦੇ ਆ, ਝੂਠੇ ਦਾਅਵੇ ਕਰਦੇ ਆ। ਰਹਾਉ ਵਿਸਰਾਮ ਦੇ ਕਰਕੇ ਫਰਮਾਉਂਦੇ ਹਨ, ਤੇਰੋ ਜਨ ਹੋਏ ਸੋਏ ਕਤ ਡੋਲੇ, ਤੀਨ ਭਵਨ ਪਰ ਸਾਜਾ। ਤੇਰੋ ਜਨ ਹੋਏ ਸੋਏ ਕਤ ਡੋਲੇ। ਇਹ ਵਾਹਿਗੁਰੂ ਜਿਹੜਾ ਤੇਰਾ ਹੋ ਗਿਆ ਸੇਵਕ, ਉਹ ਕਿਤੇ ਵੀ ਨਹੀਂ ਡੋਲਦਾ, ਕਿਉਂਕਿ ਉਹ ਵਾਹਿਗੁਰੂ ਦਾ 3 ਭਵਨਾਂ ਦੇ ਵਿੱਚ ਹੁਕਮ ਚੱਲਦਾ ਹੈ। ਉਹਦੇ ਹੁਕਮ ਦੇ ਵਿੱਚ ਹੀ ਸਾਰੀ ਸ੍ਰਿਸ਼ਟੀ ਚੱਲਦੀ ਹੈ। ਪ੍ਰਭੂ ਦਾ ਸੇਵਕ ਕਿਤੇ ਵੀ ਹੋਵੇ, ਉਹ ਕਿਸੇ ਤੋਂ ਵੀ ਭੈ ਨਹੀਂ ਖਾਂਦਾ। ਵੱਡੇ ਤੋਂ ਵੱਡਾ ਬਾਦਸ਼ਾਹ ਕਿਉਂ ਨਾ ਹੋਵੇ, ਭਾਵੇਂ ਔਰੰਗੇ ਵਰਗਿਆਂ ਨੇ ਕਿੰਨੇ ਜ਼ੁਲਮ ਕੀਤੇ, ਪਰ ਵੇਖੋ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਸਤਿਗੁਰਾਂ ਦੇ ਸਾਹਮਣੇ ਸ਼ਹੀਦੀ ਦਾ ਜਾਮ ਪੀਣ ਵਾਲੇ ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਰਤਾ ਜਿੰਨਾ ਵੀ ਨਹੀਂ ਡੋਲੇ, ਭੈ ਨਹੀਂ ਕੀਤਾ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਝੂਠੇ ਬਾਦਸ਼ਾਹ ਨੇ। 4 ਦਿਹਾੜਿਆਂ ਦੇ ਦਮ ਗਜੇ ਨੇ ਇਹਨਾਂ ਦੇ, ਅੰਤ ਨੂੰ ਇਹਨਾਂ ਨੇ ਮਿੱਟੀ ਦੇ ਵਿੱਚ ਮਿਲ ਜਾਣਾ। ਅੱਜ ਦੇ ਬਾਦਸ਼ਾਹ ਲੋਕ ਵੀ ਵੱਡੇ ਹੰਕਾਰ ਦੇ ਵਿੱਚ ਆ ਕੇ ਆਪਣੀ ਪ੍ਰਜਾ ਨੂੰ ਅਤ ਦਾ ਦੁਖੀ ਕਰ ਰਹੇ ਆ। ਵੇਖੋ ਦਿੱਲੀ ਦੇ ਵਿੱਚ ਆਪਾਂ ਵੇਖਦੇ ਹਾਂ ਕਿੰਨੀ ਪ੍ਰਜਾ, ਕਿਸਾਨ ਵੀਰ ਕਿੰਨੇ ਦੁਖੀ ਹੋਏ ਨੇ, ਪਰ ਜ਼ਾਲਮ ਸਰਕਾਰਾਂ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕਦੀ। ਨਹੀਂ ਤਾਂ ਅਸਲ ਰਾਜਾ, ਅਸਲ ਬਾਦਸ਼ਾਹ ਉਹ ਹੁੰਦਾ ਹੈ ਜਿਹੜਾ ਆਪਣੀ ਪ੍ਰਜਾ ਦਾ ਹਿੱਤ ਕਰੇ, ਪ੍ਰਜਾ ਦੇ ਦੁੱਖ ਵਿੱਚ ਸ਼ਰੀਕ ਹੋਵੇ, ਪ੍ਰਜਾ ਨੂੰ ਸੁਖੀ ਰੱਖੇ, ਜਿਵੇਂ ਸ਼ੇਰੇ ਪੰਜਾਬ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਵਰਗੇ ਬਾਦਸ਼ਾਹ ਹੋਏ ਆ। ਆਪ ਪ੍ਰਜਾ ਨੂੰ ਦੁਖੀ ਵੇਖਦੇ ਕੋਈ ਬਜ਼ੁਰਗ ਬੋਰੀ ਚੁੱਕ ਕੇ ਲਿਜਾ ਰਿਹਾ ਤਾਂ ਆਪ ਉਹਨੂੰ ਕਹਿੰਦੇ, ਐ ਬਾਬਾ ਤੇਰੀ ਬੋਰੀ ਮੈਂ ਚੁੱਕ ਕੇ ਤੇਰੇ ਘਰ ਸੁੱਟ ਆਉਣਾ। ਜਦੋਂ ਕਿਤੇ ਬਜ਼ੁਰਗ ਘਰੇ ਪਹੁੰਚਦਾ ਹੈ, ਵੇਖਦਾ ਹੈ ਵੀ ਇਹ ਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆ, ਮੇਰਾ ਭਾਰ ਚੁੱਕ ਕੇ ਲਿਆਇਆ। ਹੈਰਾਨ ਹੋ ਜਾਈਦਾ ਜਦੋਂ ਸ਼ੇਰੇ ਪੰਜਾਬ ਦੇ ਰਾਜ ਦੇ ਇਤਿਹਾਸ ਨੂੰ ਪੜ੍ਹੀਦਾ ਹੈ। ਅੱਜ ਦੇ ਬਾਦਸ਼ਾਹ ਤੇ ਔਰੰਗਜ਼ੇਬ ਦੇ ਵਿੱਚ ਬਹੁਤਾ ਅੰਤਰ ਨਹੀਂ ਹੈ। ਉਹਨੇ ਵੀ ਆਪਣੀ ਪ੍ਰਜਾ ਤੇ ਐਵੇਂ ਅੱਤ ਦੇ ਜ਼ੁਲਮ ਕੀਤੇ। ਅੱਜ ਦੇ ਬਾਦਸ਼ਾਹ ਵੀ, ਅੱਜ ਦੇ ਹੰਕਾਰੀ ਬਾਦਸ਼ਾਹ, ਉਹ ਭੁੱਲ ਗਿਆ ਵੀ ਦੁਰਯੋਧਨ ਵਰਗਿਆਂ ਨਾਲ, ਰਾਵਣ ਵਰਗਿਆਂ ਨਾਲ ਕੀ ਹੋਇਆ। ਉਹਨਾਂ ਨੂੰ ਭੁਲੇਖਾ ਹੈ ਵੀ ਅਸੀਂ ਮਰਨਾ ਹੀ ਨਹੀਂ। ਉਹ ਭੁੱਲ ਗਏ ਵੀ ਬਾਣੀ ਦਾ ਜ਼ਿਕਰ ਹੈ, ਬਹੁ ਯਤਨ ਕਰਤਾ ਬਲਵੰਤ ਕਾਰੇ, ਸੇਵੰਤ ਸੂਰਾ ਚਤੁਰ ਦਿਸੈ। ਵੱਡੇ ਵੱਡੇ ਬਾਦਸ਼ਾਹ ਜਿਨ੍ਹਾਂ ਦੇ ਆਲੇ ਦੁਆਲੇ ਵੱਡੇ ਵੱਡੇ ਸੂਰਮੇ ਪਹਿਰੇ ਦੇਣ ਵਾਲੇ ਸੀ, ਪੰਚਮ ਪਾਤਸ਼ਾਹ ਅਖੀਰ 'ਚ ਫਰਮਾਉਂਦੇ ਆ, ਭਾਈ ਹੋਵੰਤੇ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਟੀ ਸਾਸ ਕਰਖ ਤੇ। ਜਦੋਂ ਵਾਹਿਗੁਰੂ ਦਾ ਹੁਕਮ ਆ ਗਿਆ, ਉਦੋਂ ਕਿਸੇ ਤੋਂ ਰੱਖਿਆ ਨਹੀਂ ਹੋਣੀ, ਕੀੜੀ ਨੇ ਵੀ ਸਾਹ ਖਿੱਚ ਲੈਣੇ ਆ। ਸਮਝਣਾ ਚਾਹੀਦਾ ਹੈ, ਲੋਕਾਂ ਦੇ ਦੁੱਖ ਨੂੰ ਵੇਖਣਾ ਚਾਹੀਦਾ ਹੈ। ਰਹੋ ਵਿਚਾਰ। ਅੱਜ ਭਗਤ ਕਬੀਰ ਜੀ ਵੀ ਇਹੋ ਹੀ ਵਚਨ ਕਰ ਰਹੇ ਨੇ, ਤੇਰੋ ਜਨ ਹੋਏ ਸੋਏ ਕਤ ਡੋਲਾ, ਤੀਨ ਭਵਨ ਪਰ ਸਾਜਾ।
ਉਹ ਵਾਹਿਗੁਰੂ ਦਾ ਛਤਰ ਹੁਕਮ ਦਾ ਤਿੰਨਾਂ ਭਵਨਾਂ ਦੇ ਵਿੱਚ ਸਾਇਆ ਹੋਇਆ ਹੈ। ਹਾਥ ਪਸਾਰ ਸਕੈ ਕੋ ਜਨ ਕਉ, ਬੋਲ ਸਕੈ ਨਾ ਅੰਦਾਜ਼ਾ। ਸੇਵਕ ਨੂੰ ਕੋਈ ਅੰਦਾਜ਼ੇ ਨਾਲ ਕੋਈ ਬੋਲ ਨਹੀਂ ਸਕਦਾ। ਜਿਵੇਂ ਹਰਨਾਕਸ਼ ਨੇ ਕਿਹਾ ਸੀ ਨਾ ਵੀ ਦਿਖਾ ਤੇਰਾ ਰੱਬ ਕਿੱਥੇ ਹੈ। ਹਾਥ ਪਸਾਰ ਸਕੈ ਜਨ ਉੱਪਰ, ਜਨ ਦੇ ਉੱਪਰ ਜਿਵੇਂ ਭਗਤ ਪ੍ਰਹਿਲਾਦ ਜੀ ਦੇ ਉੱਪਰ ਤਲਵਾਰ ਦਾ ਵਾਰ ਕਰਨ ਲਈ ਹੱਥ ਉੱਪਰ ਚੁੱਕਿਆ ਸੀ, ਉਹ ਵਾਹਿਗੁਰੂ ਦਾ ਜਿਹੜਾ ਪਿਆਰਾ ਹੋਵੇ ਉਹਦੇ ਉੱਪਰ ਕੋਈ ਇਉਂ ਹੱਥ ਵੀ ਨਹੀਂ ਚੁੱਕ ਸਕਦਾ। ਬਾਣੀ ਦੇ ਵਿੱਚ ਬਚਨ ਆਉਂਦਾ ਨਾ, ਜਾਮ ਗੁਰੂ ਹੋਏ ਬਲ ਲੱਖ ਵਾਹੇ ਕਿਆ ਕੀਜੈ। ਲੱਖਾਂ ਬਾਹਾਂ ਚੜ੍ਹ ਕੇ ਆ ਜਾਣ, ਲੱਖਾਂ ਬੈਰੀ ਚੜ੍ਹ ਕੇ ਆ ਜਾਵੇ, ਕੁਝ ਨਹੀਂ ਵਿਗਾੜ ਸਕਦਾ। ਆ ਉਹੀ ਧਰਤੀ ਹੈ ਨਾ, ਜਦੋਂ ਇੱਥੇ ਸੁਲਹੀ ਖਾਂ ਵਰਗੇ ਆਏ, ਆਪ ਜੈਸੀਆਂ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਸੁਲਹੀ ਖਾਂ ਫੌਜਾਂ ਲੈ ਕੇ ਆ ਰਿਹਾ, ਤਾਂ ਮਹਾਰਾਜ ਨੇ ਕਿਹਾ ਸੀ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲਹੀ ਮੂਆ ਹੋਏ ਨਾ ਪਾਕ। ਪਰਮੇਸ਼ਰ ਦੇ ਪਿਆਰੇ ਉਹਦੇ ਭਾਣੇ ਵਿੱਚ ਰਹਿੰਦੇ ਆ, ਡੋਲਦੇ ਨਹੀਂ। ਪ੍ਰਭੂ ਦੇ ਪਿਆਰਿਆਂ ਤੇ ਫਿਰ ਕੋਈ ਹੱਥ ਨਹੀਂ ਚੁੱਕ ਸਕਦਾ, ਕੋਈ ਅੰਦਾਜ਼ੇ ਦਾ ਵਚਨ ਨਹੀਂ ਕਹਿ ਸਕਦਾ। ਚੇਤ ਅਚੇਤ ਮੂੜ ਮਨ ਮੇਰੇ, ਬਾਜੇ ਅਨਹਦ ਬਾਜਾ। ਅਖੀਰਲੀਆਂ ਤੁਕਾਂ 'ਚ ਭਗਤ ਕਬੀਰ ਜੀ ਕਹਿੰਦੇ, ਐ ਮੇਰੇ ਅਚੇਤ ਭੁੱਲੇ ਹੋਏ ਮਨ, ਵਾਹਿਗੁਰੂ ਨੂੰ ਚੇਤ। ਚੇਤਾ ਹੀ ਤਾਂ ਚੇਤ ਸਾਹਿਬ, ਚੇਤ ਗੋਬਿੰਦ ਅਰਾਧੀਐ, ਹੋਵੈ ਆਨੰਦ ਘਣਾ। ਜੇ ਤੂੰ ਵਾਹਿਗੁਰੂ ਦਾ ਨਾਮ ਜਪੇਗਾ, ਵਾਜੇ ਅਨਹਦ ਵਾਜਾ, ਹੱਦ ਤੋਂ ਰਹਿਤ ਅਨਾਹਦ ਨਾਦ ਸ਼ਬਦ ਚੱਲੇਗਾ, ਅਜੱਪਾ ਜਾਪ ਤੈਨੂੰ ਪ੍ਰਾਪਤ ਹੋ ਜਾਣਾ। ਕਹੈ ਕਬੀਰ ਸੰਸਾ ਪ੍ਰਮ ਚੂਕੋ, ਧਰੂ ਪ੍ਰਹਿਲਾਦ ਨਿਵਾਜਾ। ਭਗਤ ਕਬੀਰ ਜੀ ਕਹਿੰਦੇ, ਜਦੋਂ ਧਰੂ ਜੀ ਦਾ, ਪ੍ਰਹਿਲਾਦ ਜੀ ਦਾ ਜੀਵਨ ਵੇਖਦਿਆਂ, ਧਰੂ ਜੀ ਨੂੰ ਬਾਲਪਨ ਦੇ ਵਿੱਚ ਕਿੱਡੀ ਅਟੱਲ ਪਦਵੀ ਪਰਮੇਸ਼ਰ ਨੇ ਸਿਮਰਨ ਬਦਲੇ ਬਖਸ਼ੀ। ਜਿਵੇਂ ਪ੍ਰਹਿਲਾਦ ਨਿਵਾਜਾ, ਪ੍ਰਹਿਲਾਦ ਜੀ ਨੂੰ ਨਿਵਾਜਿਆ, ਹਰਨਾਕਸ਼ ਨੂੰ ਮਾਰਿਆ। ਕਹਿੰਦੇ ਇਹ ਵੇਖ ਕੇ ਕਹਿ ਕਬੀਰ ਸੰਸਾ ਭ੍ਰਮ ਚੂਕਾ, ਮਨ ਵਿੱਚ ਸੰਸਾ ਹੀ ਨਹੀਂ ਰਿਹਾ, ਫਿਕਰ ਹੀ ਨਹੀਂ ਰਿਹਾ ਵੀ ਸਾਡੇ ਤੇ ਕਿਰਪਾ ਨਹੀਂ ਹੋਣੀ, ਸਾਡੀ ਰੱਖਿਆ ਨਹੀਂ ਹੋਣੀ। ਐ ਰਾਜਨ, ਇਸ ਕਰਕੇ ਮੈਂ ਡੋਲਿਆ ਨਹੀਂ, ਭਾਵੇਂ ਤਾਂ ਮੈਨੂੰ ਡੁਬੋਣ ਕੇ ਮਾਰਨ ਦਾ ਯਤਨ ਕੀਤਾ, ਭਾਵੇਂ ਤਾਂ ਹਾਥੀ ਅੱਗੇ ਸੁੱਟਿਆ। ਜਿਹੜਾ ਪ੍ਰਭੂ ਦਾ ਪਿਆਰਾ ਹੈ, ਉਹ ਨਾਮ ਜਪਦਿਆਂ ਜਪਦਿਆਂ ਕਿੰਨੇ ਵੀ ਔਖੀ ਸਥਿਤੀ ਆ ਜਾਵੇ, ਪਰ ਉਹ ਡੋਲਦਾ ਨਹੀਂ ਹੈ, ਆਪਣਾ ਧਰਮ ਨਹੀਂ ਛੱਡਦਾ। ਸਤਿਗੁਰੂ ਅੱਗੇ ਅਰਦਾਸ ਕਰੀਏ, ਸਤਿਗੁਰੂ ਕਿਰਪਾ ਕਰੋ, ਉਹ ਤੇਰੇ ਪੁਰਾਤਨ ਸਿੱਖਾਂ ਜੈਸਾ ਜੀਵਨ, ਪੁਰਾਤਨ ਗੁਰਸਿੱਖਾਂ ਜੈਸੀ ਰਹਿਤ ਸਾਨੂੰ ਬਖਸ਼ਿਸ਼ ਕਰੋ, ਤਾਂ ਕਿ ਅਸੀਂ ਵੀ ਉਹਨਾਂ ਜੈਸੀ ਕਿਰਪਾ ਆਪ ਜੀ ਤੋਂ ਪ੍ਰਾਪਤ ਕਰ ਸਕੀਏ। ਭੁੱਲਾਂ ਚੁੱਕਾਂ ਦੇ ਖਿਮਾ, ਆਓ ਅਖੀਰਲੀਆਂ ਪੰਗਤੀਆਂ ਸਰਵਣ ਕਰੀਏ ਜੀ। ਚੇਤ ਅਚੇਤ ਮੂੜ ਮਨ ਮੇਰੇ, ਬਾਜੇ ਅਨਹਦ ਬਾਜਾ। ਕਹੈ ਕਬੀਰ ਸੰਸਾ ਪ੍ਰਮ ਚੂਕੋ, ਧਰੂ ਪ੍ਰਹਿਲਾਦ ਨਿਵਾਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ